ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਟੁੱਟ ਅਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਸਾਡੀ ਖਾਸ ਪੇਸ਼ਕਸ਼ ਵਿੱਚ ਅਸੀਂ ਕਰਦੇ ਹਾਂ ਖਾਸ ਖਬਰਾਂ ਤੇ ਚਰਚਾ। ਤੇ ਹਰ ਵਾਰ ਇਸ ਤਰ੍ਹਾਂ ਮਿਲਣ ਨਾਲ ਜੁੜੇ ਹੋਏ ਨੇ ਮੇਰੇ ਸਹਿਯੋਗੀ ਜਸਵੀਰ ਜੀ। ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। शुक्रिया मनदीप जी और टीवी पंजाब देखने वाले तमाम व्यूवर्स ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ ਅੱਛਾ ਜਸਵੀਰ ਜੀ, ਜਦੋਂ ਹੀ ਗਠਜੋੜ ਟੁੱਟਾ, ਪਤੀ ਪਤਨੀ ਦਾ ਤਲਾਕ ਹੋਇਆ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ ਥੋੜਾ ਜਿਹਾ ਤਲਖੀ ਵੀ ਵਧੀ ਹੈ ਤੇ ਲੱਗਦਾ ਕਿ ਹੁਣ ਸਰਗਰਮੀਆਂ ਵੀ ਇੱਕ ਦੂਜੇ ਦੇ ਖਿਲਾਫ ਵਿਰੋਧੀ ਸ਼ੁਰੂ ਹੋ ਗਈਆਂ। ਸ਼੍ਰੋਮਣੀ ਕਮੇਟੀ ਨੂੰ ਜਿਹੜੇ ਬਾਦਲ ਪਰਿਵਾਰ ਹੈ ਜਾਂ ਅਕਾਲੀ ਦਲ ਹੈ ਉਹਨਾਂ ਦੀ ਜਾਨ ਕਿਹਾ ਜਾਂਦਾ, ਤੇ ਹੁਣ ਸੁਣਿਆ ਕਿ ਉਸ ਪਾਸੇ ਨੂੰ ਹੁਣ ਸਰਕਾਰ ਤੁਰ ਪਈ ਹੈ ਔਰ ਕਮਿਸ਼ਨਰ ਨਿਯੁਕਤ ਕਰ ਦਿੱਤਾ ਹੈ, ਤੇ ਹੋ ਸਕਦਾ ਇਸ ਤੋਂ ਅੱਗੇ ਹੋਰ ਵੀ ਵੱਡੀਆਂ ਸਰਗਰਮੀਆਂ ਹੋ ਸਕਦੀਆਂ ਨੇ। ਜਦੋਂ ਤੁਸੀਂ ਜਾਣ ਕੇ ਨਾ, ਮੈਨੂੰ ਉਹ ਜਿਹੜੀ ਬਚਪਨ ਚ ਕਹਾਣੀ ਪੜ੍ਹਦੇ ਹੁੰਦੇ ਸੀ ਨਾ ਕਿ ਕਿਸੇ ਰਾਣੀ ਦੀ ਜਾਂ ਪਰੀ ਦੀ ਜਾਂ ਦੈਂਤ ਦੀ, ਕਹਿੰਦੇ ਹੁੰਦੇ ਸੀਗੇ ਕਿ ਜਾਨ ਨਾ ਤੋਤੇ ਚ ਹੁੰਦੀ ਸੀਗੀ ਤੇ ਉਹਨੂੰ ਜਿੰਨਾ ਜੀ ਮਰਜ਼ੀ ਮਾਰਨ ਦੀ ਕੋਸ਼ਿਸ਼ ਕਰੋ ਉਹ ਮਰਦਾ ਨਹੀਂ ਸੀਗਾ। ਬਸ ਜਦੋਂ ਪਤਾ ਲੱਗ ਗਿਆ ਕਿਸੇ ਨੂੰ ਕਿ ਤੋਤੇ ਚ ਜਾਨ ਹੈ, ਜੇ ਤੋਤੇ ਦੀ ਧੌਣ ਮਰੋੜੋਗੇ ਤਾਂ ਫੇਰ ਜਾ ਕੇ ਉਹਨੇ ਜਿਹੜਾ ਉਹ ਖਤਮ ਹੋਣਾ। ਉਹ ਕਹਾਣੀਆਂ ਅਸੀਂ ਜੀ ਪੜ੍ਹਦੇ ਰਹੇ ਹਾਂ, ਸੁਣਦੇ ਰਹੇ ਹਾਂ ਬਜ਼ੁਰਗਾਂ ਦੇ ਕੋਲੋਂ। ਤੇ ਇੱਥੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰਦੇ ਹਾਂ ਵਿਸ਼ੇਸ਼ ਤੌਰ ਤੇ ਇੱਥੇ ਵੀ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਤੋਤ ਚ ਜਾਨ ਆ, ਤੋਤਾ ਹੈਗਾ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੜ ਜੀ ਆ ਅਕਾਲੀ ਦਲ ਦੀ। ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰ ਲਈਏ, ਸੁਨਹਿਰੀ ਇਤਿਹਾਸ ਹੈ ਕੌਮ ਦੇ ਲਈ, ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਇਹਦੇ ਵੱਲੋਂ ਕੀਤੀਆਂ ਗਈਆਂ ਨੇ। ਪਰ ਜਿਵੇਂ ਜੀ ਜਿਵੇਂ ਇਹਦਾ ਸਿਆਸੀਕਰਨ ਵਧੇਰੇ ਸ਼ੁਰੂ ਹੋ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਅੱਗੇ ਬਾਦਲ ਲੱਗ ਗਿਆ, ਤੇ ਫਿਰ ਉਹ ਜਿਹੜਾ ਸੁਨਹਿਰੀ ਇਤਿਹਾਸ ਸੀ ਉਹ ਬਹੁਤ ਪਿੱਛੇ ਰਹਿ ਗਿਆ ਤੇ ਬਹੁਤ ਸਾਰੇ ਨਵੇਂ ਸਫ਼ੇ ਜਿਹੜੇ ਇਹਦੇ ਨਾਲ ਜੁੜਦੇ ਰਹੇ। ਹੁਣ ਇਸ ਵੇਲੇ ਹੋ ਕੀ ਰਿਹਾ ਆ? ਹੋ ਇਹ ਰਿਹਾ ਆ ਕਿ ਇੱਕ ਤਾਂ ਗੱਠਜੋੜ ਟੁੱਟਿਆ ਆ, ਗੱਠਜੋੜ ਟੁੱਟਣ ਦੇ ਨਾਲ ਹੀ ਜਿਹੜੀ ਸੰਭਾਵਨਾ ਜਤਾਈ ਜਾ ਰਹੀ ਸੀ ਕਿ ਅਕਾਲੀ ਦਲ ਨੂੰ ਠਿੱਠ ਕਰਨ ਲਈ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜਿੱਥੋਂ ਤੱਕ ਜਾਇਆ ਜਾ ਸਕਿਆ ਉੱਥੋਂ ਤੱਕ ਜਾਏਗੀ। ਕਨਸੋਆਂ ਨੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਨਾਲ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਚਰਚਾ ਆਪਾਂ ਕਈ ਵਾਰੀ ਪਹਿਲਾਂ ਵੀ ਕਰ ਚੁੱਕੇ ਕਿ ਢੀਂਡਸਾ ਸਾਹਿਬ ਦੀ ਕਿਵੇਂ ਨੇੜਤਾ ਭਾਰਤੀ ਜਨਤਾ ਪਾਰਟੀ ਨਾਲ ਬਣਦੀ ਹੈ। ਬਾਗੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਪਦਮ ਸ਼੍ਰੀ ਦੇ ਨਾਲ। ਬਾਗੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਜਿਹੜਾ ਆ ਉਹ ਮੋਹਰਲੀਆਂ ਸਫਾਂ 'ਚ ਬਾਦਲਾਂ ਦੇ ਬਰਾਬਰ ਬਿਠਾਇਆ ਜਾਂਦਾ ਜਦੋਂ ਕੋਈ ਕੇਂਦਰ ਵੱਲੋਂ ਸਮਾਗਮ ਕੀਤਾ ਜਾਂਦਾ ਹੈ। ਸੋ ਉਹ ਸਪਸ਼ਟ ਸੰਕੇਤ ਸੀਗੇ ਕਿ ਢੀਂਡਸਾ ਸਾਹਿਬ ਦੇ ਥੋੜੇ ਜਿਹੇ ਸੁਖਾਵੇਂ ਰਿਸ਼ਤੇ ਤਾਂ ਹੈਗੇ ਆ ਭਾਰਤੀ ਜਨਤਾ ਪਾਰਟੀ ਦੇ ਨਾਲ। ਉਸ ਤੋਂ ਬਾਅਦ ਹੁਣ ਕੀ ਹੋਇਆ? ਗੱਠਜੋੜ ਟੁੱਟਾ। ਟੁੱਟਣ ਤੋਂ ਬਾਅਦ ਜਸਟਿਸ SS ਸਾਰੋਂ ਹੋਰਾਂ ਨੂੰ ਗੁਰਦੁਆਰਾ ਜੀ ਚੋਣਾਂ ਦੇ ਲਈ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ। ਔਰ ਇਹ ਕਮਿਸ਼ਨਰ ਨਿਯੁਕਤ ਕਰਨਾ ਸਾਫ਼ ਤੇ ਸਪਸ਼ਟ ਤੌਰ ਤੇ ਦੱਸਦਾ ਹੈ ਕਿ ਹੁਣ ਬਹੁਤ ਛੇਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾ ਦਿੱਤੀਆਂ ਜਾਣਗੀਆਂ, ਜਿਹੜੀਆਂ ਤਕਰੀਬਨ ਪਿਛਲੇ 9 ਸਾਲ ਤੋਂ ਨਹੀਂ ਹੋਈਆਂ। ਆਖਰੀ ਵਾਰ ਜੀ 2011 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ, ਉਹਦੇ ਤੋਂ ਬਾਅਦ 16 ਦੇ ਵਿੱਚ ਚੋਣਾਂ ਹੋਣੀਆਂ ਸੀ। 16 ਦੇ ਵਿੱਚ ਜਾ ਕੇ ਜਿਹੜਾ ਉਹ ਸਹਿਜਧਾਰੀ ਸਿੱਖ ਵਾਲਾ ਮਸਲਾ ਜਿਹੜਾ ਆ ਉਹ ਖੜਾ ਹੋ ਗਿਆ। ਹਾਈ ਕੋਰਟ ਨੇ ਸਹਿਜਧਾਰੀ ਸਿੱਖਾਂ ਦੇ ਪੱਖ ਦੇ ਵਿੱਚ ਪਰਮਜੀਤ ਸਿੰਘ ਰਾਣੂ ਜਿਹੜੇ ਪ੍ਰਧਾਨ ਨੇ ਸਹਿਜਧਾਰੀ ਪਾਰਟੀ ਜਿਹੜੀ ਬਾਅਦ ਚ ਬਣਾ ਲਈ ਸੀ, ਉਹਨਾਂ ਨੇ ਪਹਿਲਾਂ ਉਹਨਾਂ ਦੀ ਐਸੋਸੀਏਸ਼ਨ ਸੀਗੀ, ਸੋ ਉਹ ਹਾਈ ਕੋਰਟ 'ਚ ਜਿੱਤਦੇ ਆ। ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਦੇ ਵਿੱਚ ਉਸ ਫੈਸਲੇ ਨੂੰ ਚੁਣੌਤੀ ਦਿੰਦੀ ਹੈ ਤੇ ਸੁਪਰੀਮ ਕੋਰਟ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੱਖ 'ਚ ਆ ਜਾਂਦਾ ਹੈ। ਤੇ ਉੱਥੇ ਨਾਲ ਦੀ ਜੀ ਨਾਲ ਇੱਕ ਹੋਰ ਚੀਜ਼ ਵੀ ਹੋ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਜਿਹੜੀ ਚੁਣੀ ਹੋਈ ਆ ਉਹ 2016 ਚ ਅੱਗੇ ਵੀ ਕੰਮ ਕਰਨ ਲਈ ਸੁਪਰੀਮ ਕੋਰਟ ਉਹਨੂੰ ਇਜਾਜ਼ਤ ਦੇ ਦਿੰਦੀ ਆ। ਇਸ ਵੇਲੇ ਵੀ ਆ ਗਿਆ। ਹੁਣ ਕੀ ਹੋਇਆ? ਜਸਟਿਸ SS ਸਾਰੋਂ ਦੀ ਨਿਯੁਕਤੀ ਦੇ ਨਾਲ ਲਗਭਗ ਸਪਸ਼ਟ ਹੋ ਗਿਆ ਕਿ ਚੋਣਾਂ ਬਹੁਤ ਛੇਤੀ ਹੋਣੀਆਂ ਨੇ। ਛੇਤੀ ਹੋਣ ਦਾ ਮਤਲਬ ਇਹ ਹੈ ਕਿ ਅਜੇ ਥੋੜਾ ਜਿਹਾ ਤਕਰੀਬਨ 2 ਤੋਂ 3 ਮਹੀਨੇ ਦਾ ਸਮਾਂ ਲੱਗੇਗਾ, ਕਿਉਂਕਿ SS ਸਾਰੋਂ ਹੋਰੀ ਇਸ ਵੇਲੇ ਰੈਵਨਿਊ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਸਰਕਾਰ ਵੱਲੋਂ ਜੀ ਜਿਹੜਾ ਬਣਾਇਆ ਗਿਆ, ਤੇ ਉਹਨਾਂ ਦੀ ਸੇਵਾ ਵੀ ਬਹੁਤ ਛੇਤੀ ਖਤਮ ਹੋਣ ਜਾ ਰਹੀ ਹੈ। ਇਧਰੋਂ ਸੇਵਾ ਖਤਮ ਹੋਏਗੀ, ਉਧਰ ਪੱਕੇ ਤੌਰ ਤੇ ਉਹ ਕਮਿਸ਼ਨਰ ਦੀ ਡਿਊਟੀ ਜਿਹੜੀ ਆ ਉਹ ਸੰਭਾਲ ਲੈਣਗੇ ਜਾਂ ਉਸ ਤੋਂ ਪਹਿਲਾਂ ਵੀ ਉਧਰ ਜਾ ਸਕਦੇ ਨੇ। 2021 ਦੇ ਚੜ੍ਹਦਿਆਂ ਚੋਣਾਂ ਦੀ ਪੂਰੀ ਸੰਭਾਵਨਾ ਨਜ਼ਰ ਆ ਰਹੀ ਹੈ, ਕਿਉਂਕਿ ਜਿਸ ਤਰੀਕੇ ਨਾਲ ਕਮਰ ਕੱਸੇ ਹੋ ਰਹੇ ਆ ਉਸ ਤਰੀਕੇ ਨਾਲ ਸਪਸ਼ਟ ਸੰਕੇਤ ਹੈ ਕਿ ਹੁਣ ਆਰ ਪਾਰ ਦੀ ਲੜਾਈ ਆਰੰਭ ਹੋ ਜਾਏਗੀ। ਹੁਣ ਗੱਲ ਜਿੱਥੋਂ ਤੁਸੀਂ ਸ਼ੁਰੂ ਕੀਤੀ ਕਿ ਤੋਤੇ ਦੇ ਵਿੱਚ ਜਾਨ ਆ, ਜਿੱਥੋਂ ਕਿਹਾ ਕਿ ਜਾਨ ਵਸਦੀ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ, ਇਹ ਹੁਣ ਜਾਨ ਜੀ ਕੱਢਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ, ਕਿਉਂਕਿ ਪ੍ਰਸਥਿਤੀਆਂ ਇਹ ਨੇ ਕਿ ਤੋਤਾ ਕਮਜ਼ੋਰ ਹੋ ਚੁੱਕਾ ਜਾਂ ਉਹਨੂੰ ਕਮਜ਼ੋਰ ਕਰ ਦਿੱਤਾ ਗਿਆ। ਤੋਤੇ ਨੂੰ ਦੇਣੀ ਤਾਂ ਚੂਰੀ ਸੀਗੀ, ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੀ ਤਾਂ ਖੁੱਲ ਸੀਗੀ, ਕਰਨਾ ਤਾਂ ਉਹਨੇ ਧਰਮ ਜੀ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਸੀ, ਸਾਂਭ ਸੰਭਾਲ ਤਾਂ ਉਹਨੇ ਗੁਰਦੁਆਰਾ ਸਾਹਿਬਾਨ ਦੀ ਕਰਨੀ ਸੀਗੀ। ਗੱਲ ਤਾਂ ਇਹ ਕਰਨੀ ਸੀਗੀ ਕਿ
ਪ੍ਰਬੰਧ ਜਿਹੜੇ ਚੱਕ ਚੌਬੰਦ ਕਿਵੇਂ ਹੋਣ, ਸਿੱਖੀ ਦੇ ਨਾਲ ਲੋਕਾਂ ਨੂੰ ਜੋੜਿਆ ਕਿਵੇਂ ਜਾਵੇ, ਵਿਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਕੋਈ ਦਿੱਕਤ ਆਉਂਦੀ ਹੈ ਕਿਸੇ ਸਿੱਖ ਨੂੰ, ਉਹਨੂੰ ਦੂਰ ਕਿਵੇਂ ਕੀਤਾ ਜਾਵੇ। ਹੋਇਆ ਕੀ, ਉਹ ਚੂਰੀ ਦੇਣ ਦੀ ਥਾਂ ਸਿਆਸਤ ਦੀਆਂ ਕੌੜੀਆਂ ਮਿਰਚਾਂ ਦਿੱਤੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਕਿਵੇਂ ਦਿੱਤੀਆਂ ਗਈਆਂ? ਜਦੋਂ ਲਿਫਾਫਿਆਂ ਚੋਂ ਪ੍ਰਧਾਨ ਨਿਕਲੇ। ਕੀ ਕੀਤਾ ਗਿਆ? ਜਦੋਂ ਉੱਥੇ ਪਾਵਨ ਸਰੂਪਾਂ ਦੀ ਹੇਰਾਫੇਰੀ ਹੋਈ, ਪਤਾ ਨਹੀਂ ਲੱਗਦਾ ਕਿੱਧਰ ਗਏ ਕਿਵੇਂ ਗਏ, ਤੇ ਉਹਦੇ ਉੱਤੇ ਕਾਰਵਾਈ ਦੇ ਨਾਂ ਤੇ ਜਿਹੜਾ ਆ ਉਹ ਲੀਪਾਪੋਤੀ ਕੀਤੀ ਗਈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੱਖ ਦੇ ਵਿੱਚ ਭੁਗਤਦੀਆਂ ਨਜ਼ਰ ਨਹੀਂ ਆ ਰਹੀਆਂ। ਇਸ ਕਰਕੇ ਹੁਣ ਗੱਠਜੋੜ ਟੁੱਟਿਆ ਤੇ ਭਾਰਤੀ ਜਨਤਾ ਪਾਰਟੀ ਦੀ ਕੋਸ਼ਿਸ਼ ਹੈ ਕਿ ਠਿੱਠ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਉਹਦੀਆਂ ਜੜ੍ਹਾਂ ਵੱਢੀਆਂ ਜਾਣ। ਕਿਉਂਕਿ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਆਪਣੇ ਸਹਿਯੋਗੀ ਦੇ ਨਾਲ ਸਹਿਯੋਗ ਕਰਦੀ ਆ ਜਾਂ ਸਹਿਯੋਗ ਤੋਂ ਹਟਦੀ ਹੈ ਪਿੱਛੇ, ਜਾਂ ਸਹਿਯੋਗੀ ਉੱਥੋਂ ਹਟਦਾ, ਤੇ ਸਿੱਧਾ ਹੀ ਕੰਮ ਹੁੰਦਾ ਭਾਰਤੀ ਜਨਤਾ ਪਾਰਟੀ ਦੇ ਜੜ੍ਹਾਂ ਵੱਢ ਦਿਓ ਪਾਰਟੀ ਦੀਆਂ। ਹਰਿਆਣੇ ਦੇ ਵਿੱਚ ਵੀ ਇਹੀ ਕੁਝ ਕੀਤਾ ਗਿਆ, ਇਸੇ ਤਰੀਕੇ ਨਾਲ ਬਿਹਾਰ ਦੇ ਵਿੱਚ ਵੀ ਇਸ ਸਮੇਂ ਹੋ ਰਿਹਾ। ਹੁਣ ਨਿਤੀਸ਼ ਕੁਮਾਰ ਦੀਆਂ ਜੜ੍ਹਾਂ ਵੱਢਣ ਲਈ ਜਿਹੜਾ ਆ ਉਹ ਪਾਸਵਾਨ ਹੋਰਾਂ ਨੂੰ ਛੱਡ ਦਿੱਤਾ। ਜਿਹੜੇ ਪਾਸਵਾਨ ਇਹ ਕਹਿੰਦੇ ਆ ਕਿ ਮੈਂ ਐਨਡੀਏ ਦਾ ਹਿੱਸਾ ਰਹੂੰਗਾ, ਪਰ ਨਿਤੀਸ਼ ਦੇ ਨਾਲ ਸਿੱਧਾ ਮੁਕਾਬਲੇ 'ਚ ਖੜਾ ਹੋਊਂਗਾ ਬਿਹਾਰ ਦੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ। ਸੋ ਹਰ ਜਗ੍ਹਾ ਇਹੀ ਕੁਝ ਹੀ ਕੀਤਾ ਜਾਂਦਾ, ਪੰਜਾਬ 'ਚ ਵੀ ਹੁਣ ਇਹੀ ਕੁਝ ਕੀਤਾ ਜਾ ਰਿਹਾ। ਚਰਚਾ ਇਸ ਗੱਲ ਦੀ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਢੀਂਡਸਾ ਸਾਹਿਬ ਨੇ ਕੱਲ ਪੈਂਦੀ ਸੱਟੇ ਮੋਹਾਲੀ ਦੇ ਵਿੱਚ ਆਪਣੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਹੈ, ਖੋਲ ਲਿਆ ਦਫ਼ਤਰ, ਨਾਲ ਹੀ ਐਲਾਨ ਕਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਵੱਧ ਚੜ ਕੇ ਅਸੀਂ ਜਿਹੜਾ ਉਹ ਹਿੱਸਾ ਲਵਾਂਗੇ। ਪੂਰੀ ਤਿਆਰੀ ਹੈ। ਸਾਰੇ ਜਣੇ ਜਾਣਦੇ ਆ ਕਿ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੋਇਆ ਕਿ ਮੈਂ ਚੋਣ ਨਹੀਂ ਲੜਨੀ। ਕਿਹੜੀ ਚੋਣ ਨਹੀਂ ਲੜਨੀ? ਸਿਆਸੀ ਚੋਣ ਨਹੀਂ ਲੜਨੀ। ਮੁੱਖ ਮੰਤਰੀ ਵੀ ਨਹੀਂ ਕਹਿੰਦੇ ਬਣਨਾ ਮੈਂ ਏਦਾਂ ਦੀ ਲੜਾਈ 'ਚ ਵੀ ਨਹੀਂ ਆ। ਪਰ ਜਦੋਂ ਉਹ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਲਈ ਅਸੀਂ ਕਮਰ ਕੱਸੇ ਕਰ ਲਿਆ, ਤੇ ਕਈ ਤਰੀਕੇ ਦੇ ਸੰਕੇਤ ਇਹ ਵੀ ਉੱਠਦੇ ਪਏ ਆ, ਚਰਚਾਵਾਂ ਇਹ ਵੀ ਚੱਲਦੀਆਂ ਪਈਆਂ ਨੇ ਕਿ ਹੋ ਸਕਦਾ ਹੈ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਉਤਾਰ ਕੇ, ਕੁਝ ਹੋਰ ਸਹਿਯੋਗੀ ਦਲਾਂ ਨੂੰ ਉਤਾਰ ਕੇ ਅਕਾਲੀ ਦਲ ਬਾਦਲ ਨੂੰ ਉੱਥੋਂ ਕਿਨਾਰੇ ਤੇ ਕੀਤਾ ਜਾਵੇ ਤੇ ਢੀਂਡਸਾ ਸਾਹਿਬ ਨੂੰ ਇਧਰਲੀ ਸਿਆਸਤ ਦੇ ਵਿੱਚ ਤਾਂ ਨਾ ਰੱਖਿਆ ਜਾਵੇ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੇ ਇਹਨਾਂ ਚੋਣਾਂ ਦੇ ਵਿੱਚ ਜਿਹੜਾ ਆ ਉਹਨਾਂ ਦਾ ਧੜਾ, ਉਹਨਾਂ ਦੀ ਧਿਰ ਜਿੱਤਦੀ ਹੈ ਤੇ ਪ੍ਰਧਾਨ ਥਾਪ ਦਿੱਤਾ ਜਾਵੇ। ਇਹਦੇ ਨਾਲ ਕੀ ਹੋਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਇੱਕ ਤਰੀਕੇ ਨਾਲ ਥੋੜੀ ਬਹੁਤੀ ਮਨਮਰਜ਼ੀ ਚੱਲ ਜਾਏਗੀ, ਦਬਾਅ ਚੱਲ ਜਾਏਗਾ, ਜਿੱਦਾਂ ਦੀ ਸੋਚੀ ਹੋਏਗੀ ਵਿਉਂਤਬੰਦੀ ਭਾਰਤੀ ਜਨਤਾ ਪਾਰਟੀ ਦੇ ਵੱਲੋਂ। ਤੇ ਦੂਸਰਾ, ਇਧਰ ਸਿਆਸਤ ਦੇ ਵਿੱਚ ਤਾਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਹਾਸ਼ੀਏ ਤੋਂ ਬਾਹਰ ਗਿਆ ਹੀ ਗਿਆ ਆ, ਤੇ ਉੱਥੇ ਆਪਣੀ ਜ਼ਮੀਨ ਆਪਣੇ ਤਰੀਕੇ ਨਾਲ ਪੱਧਰੀ ਕਰ ਲਾਂਗੇ। ਤੇ ਇਹਦੇ ਨਾਲ ਕੀ ਹੋਏਗਾ? ਗੱਠਜੋੜ ਤੋੜਨ ਦਾ ਖਮਿਆਜ਼ਾ ਜਿਹੜਾ ਇਹ ਵੀ ਭੁਗਤ ਲਏਗਾ ਅਕਾਲੀ ਦਲ, ਬਦਲਾ ਵੀ ਉਹਦੇ ਤੋਂ ਲਿਆ ਜਾਏਗਾ ਭਾਰਤੀ ਜਨਤਾ ਪਾਰਟੀ ਵੱਲੋਂ। ਤੇ ਜਿਹੜੇ ਸੁਪਨੇ ਸੰਜੋਈ ਬੈਠੀ ਆ ਭਾਜਪਾ ਪੰਜਾਬ ਦੇ ਵਿੱਚ, ਉਹ ਸੁਪਨੇ ਵੀ ਪੂਰੇ ਹੋ ਜਾਣਗੇ। ਹਾਲਾਂਕਿ ਇਹ ਕਹਿ ਸਕਦੇ ਕਿ ਸਾਡੀਆਂ ਕਿਆਸ ਰਾਈਆਂ ਵੀ ਹੋ ਸਕਦੀਆਂ, ਸਿਰਫ ਚਰਚਾਵਾਂ ਵੀ ਹੋ ਸਕਦੀਆਂ, ਪਰ ਸਥਿਤੀਆਂ ਦੱਸਦੀਆਂ ਨੇ ਕਿ ਇਸ ਵੇਲੇ ਭਾਜਪਾ ਹਰ ਮੋਰਚੇ ਤੇ ਲੜਦੀ ਨਜ਼ਰ ਆ ਰਹੀ ਹੈ। ਭਾਜਪਾ ਹਰ ਮੋਰਚੇ ਤੇ ਆਪਣੇ ਆਪ ਨੂੰ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਆ ਕੁੱਲ ਮਿਲਾ ਕੇ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਉਹ ਬੜੀਆਂ ਅਹਿਮ ਹੋਣ ਵਾਲੀਆਂ ਨੇ 2022 ਦੇ ਵਿੱਚ, ਜੇ 21 ਦੇ ਵਿੱਚ, ਕਿਉਂਕਿ 21 ਦੇ ਵਿੱਚ ਸੰਭਾਵਨਾ ਹੈਗੀ ਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋ ਜਾਣਗੀਆਂ ਪਹਿਲੇ 1-2 ਮਹੀਨਿਆਂ ਦੇ ਵਿੱਚ ਹੀ, ਤੇ ਫਿਰ ਉਹਨਾਂ ਚੋਣਾਂ ਦੇ ਨਤੀਜਿਆਂ ਦਾ ਜ਼ਾਹਰੀ ਤੌਰ ਤੇ ਅਸਰ ਜਿਹੜਾ ਉਹ ਪੈਣਾ ਹੀ ਪੈਣਾ ਆ 2022 ਦੀਆਂ ਚੋਣਾਂ ਦੇ ਉੱਤੇ। ਔਰ ਖਾਸ ਤੌਰ ਤੇ ਅਸਰ ਪਏਗਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਤੇ, ਕਿਉਂਕਿ ਪਰਿਸਥਿਤੀਆਂ ਬੜੀਆਂ ਇਸ ਵੇਲੇ ਨਾਜ਼ੁਕ ਨੇ ਅਕਾਲੀ ਦਲ ਬਾਦਲ ਲਈ। ਬੇਅਦਬੀ ਮਾਮਲਿਆਂ ਦਾ ਗੁੱਸਾ ਅਜੇ ਤੱਕ ਨਹੀਂ ਘਟਿਆ, ਉਤੋਂ ਲੱਗਦੇ ਹੱਥ ਜਿਹੜਾ 328 ਪਾਵਨ ਸਰੂਪਾਂ ਦੇ ਮਸਲੇ ਨੇ ਸਿਰ ਚੁੱਕਿਆ ਹੈ ਨਾ, ਇਹ ਹੋਰ ਜ਼ਿਆਦਾ ਖਤਰਨਾਕ ਸਾਬਤ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲਈ। ਔਰ ਉਸ ਕਮੇਟੀ ਦੇ ਲਈ ਜਿਹੜੀ ਕਮੇਟੀ ਦਾ ਪ੍ਰਧਾਨ ਜਿਹੜਾ ਆ ਉਹ 2 ਵਾਰੀ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਹੈ। ਹੁਣ ਇਹ ਸੁਨੇਹਾ ਜਿਹੜਾ ਆ ਉਹਨਾਂ ਚੋਣਾਂ ਦੇ ਵਿੱਚ ਨੁਕਸਾਨਦਾਇਕ ਸਾਬਤ ਹੋਏਗਾ ਅਕਾਲੀ ਦਲ ਬਾਦਲ ਲਈ। ਜੀ ਇੱਥੇ ਆਹੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਸੀ। ਤੁਸੀਂ ਇੱਥੇ ਲੌਂਗੋਵਾਲ ਸਾਹਿਬ ਦੀ ਗੱਲ ਕੀਤੀ ਕਿ 2 ਵਾਰ ਤਾਂ ਤਨਖਾਹ ਉਹਨਾਂ ਨੂੰ ਲੱਗ ਚੁੱਕੀ ਹੈ। ਸੋ ਜਿਸ ਤਰ੍ਹਾਂ ਤੁਸੀਂ ਕਿਆਸ ਰਾਈਆਂ ਲਾਈਆਂ, ਔਰ ਚਰਚਾ ਸਭ ਇਹ ਸੰਕੇਤ ਵੀ ਜਾ ਰਿਹਾ, ਸਿਰਫ ਕਿਆਸ ਰਾਈਆਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕੇਂਦਰ ਦੇ ਭਾਜਪਾ ਦੀ ਸਰਕਾਰ ਹੈ ਔਰ ਕੇਂਦਰ ਸਰਕਾਰ ਦੇ ਦਖਲ ਬਿਨਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਹੋ ਸਕਦੀਆਂ। ਔਰ ਜੇਕਰ ਢੀਂਡਸਾ ਸਾਹਿਬ ਜਿਹੜੇ ਆ ਉਹ ਉਤਰਦੇ ਆ ਮੈਦਾਨ ਦੇ ਵਿੱਚ, ਉਹਨਾਂ ਦੀ ਅਗਵਾਈ ਵਿੱਚ ਜਿਹੜੀ ਆ ਚੋਣ ਲੜੀ ਜਾਂਦੀ ਹੈ, ਕਿਉਂਕਿ ਅੱਜ ਤੱਕ ਜਿੰਨੀਆਂ ਵੀ ਚੋਣਾਂ ਹੋਈਆਂ 1 ਪਾਸੇ ਜਿਹੜੀ ਜਿੱਤ ਹੈ ਹੁੰਦੀ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ।
ਸਿਮਰਜੀਤ ਸਿੰਘ ਮਾਨ ਹੁਣੀ ਜਾਂ ਕੁਝ ਹੋਰ ਜਿਹੜੀਆਂ ਉਹ ਜਥੇਬੰਦੀਆਂ ਚੋਣਾਂ ਲੜਦੀਆਂ ਨੇ, ਕੁਝ ਪਾਰਟੀਆਂ, ਪਰ ਇੱਕ ਪਾਸਲ ਜਿੱਤ ਹੁੰਦੀ ਹੈ, ਕੋਈ ਇੱਕ ਦੋ ਜਾਂ ਥੋੜੇ ਜਿਹੇ ਮੈਂਬਰ ਹੋਰ ਚੁਣੇ ਜਾਂਦੇ ਆ, ਨਹੀਂ ਤਾਂ ਇੱਕ ਪਾਸੇ ਅਕਾਲੀ ਦਲ ਦੀ ਝੋਲੀ ਤੇ ਸਾਰਾ ਕੁਝ ਪੈਂਦਾ ਆ। ਜੇ ਢੀਂਡਸਾ ਸਾਹਿਬ ਦੀ ਅਗਵਾਈ ਦੇ ਵਿੱਚ ਹੁਣ ਚੋਣ ਲੜੀ ਜਾਂਦੀ ਆ, ਤੇ ਤੁਹਾਨੂੰ ਲੱਗਦਾ ਕਿ ਉਹਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇਸ ਵਕਤ ਕੋਈ ਚਿਹਰਾ ਹੈ ਨਹੀਂਗਾ ਉਸ ਟੱਕਰ ਦੇ ਨਾਲ, ਉਸ ਬਰਾਬਰ ਦਾ? ਪੰਥਕ ਚਿਹਰਾ ਕੋਈ ਨਹੀਂ ਹੈ। ਪੰਥਕ ਜੀ ਮਸਲਿਆਂ ਦੀ ਪਕੜ ਵਾਲਾ ਚਿਹਰਾ ਕੋਈ ਨਹੀਂ ਹੈ। ਵੱਡੀ ਸਮੱਸਿਆ ਅਕਾਲੀ ਦਲ ਬਾਦਲ ਲਈ ਇਹ ਹੈ ਇਸ ਸਮੇਂ, ਕਿਉਂਕਿ ਇਹੀ ਚੀਜ਼ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਬੋਲਦੀ ਆ। ਦੋ ਹੀ ਤਾਂ ਮੁੱਦੇ ਸੀ ਜੀ ਅਕਾਲੀ ਦਲ ਬਾਦਲ ਕੋਲ, ਇੱਕ ਪੰਥ ਤੇ ਦੂਸਰਾ ਕਿਸਾਨੀ। ਦੋਨੋਂ ਚੀਜ਼ਾਂ ਦੇ ਵਿੱਚ ਬਹੁਤੇ ਸਫਲ ਇਸ ਸਮੇਂ ਨਜ਼ਰ ਨਹੀਂ ਆ ਰਿਹਾ ਅਕਾਲੀ ਦਲ ਬਾਦਲ ਵਾਲੇ, ਜਾਂ ਸੁਖਬੀਰ ਸਿੰਘ ਬਾਦਲ ਹੋਈ ਇਸ ਵੇਲੇ ਉਹ ਉਸ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ। ਕਿਸਾਨੀ ਤੋਂ ਵੀ ਲਗਭਗ ਟੁੱਟ ਗਏ ਆ, ਕਿਸਾਨ ਉਹਨਾਂ ਦੇ ਕੋਲ ਟੁੱਟ ਗਏ, ਤੇ ਪੰਥਕ ਮਾਮਲਿਆਂ ਦੇ ਵਿੱਚ ਵੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਜਿਹੜੇ ਇਸ ਸਮੇਂ ਲੱਗੇ ਹੋਏ ਨੇ। ਇਸ ਕਰਕੇ ਸਪਸ਼ਟ ਸੰਕੇਤ ਦਿੱਤਾ ਜਾ ਸਕਦਾ ਹੈ ਇਹ ਕਿ ਪੰਥਕ ਚਿਹਰਿਆਂ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦਾ ਨਾਮ ਵੀ ਆਉਂਦਾ ਸੀਗਾ। ਸੋ ਇਸ ਕਰਕੇ ਜੀ ਇਹ ਨੁਕਸਾਨ ਜ਼ਾਹਰੀ ਤੌਰ ਤੇ ਹੋਏਗਾ, ਔਰ ਬਹੁਤ ਸਾਰੀਆਂ ਧਿਰਾਂ ਖੜੀਆਂ ਹੋਈਆਂ ਨੇ ਇਸ ਸਮੇਂ ਅਕਾਲੀ ਦਲ ਬਾਦਲ ਦੇ ਖਿਲਾਫ। ਹੁਣ ਵਡਾਲਾ ਸਾਹਿਬ ਵੀ ਤਾਂ ਭਾਈ ਬਲਦੇਵ ਸਿੰਘ ਵਡਾਲਾ ਹੋਰੀ ਵੀ ਤਾਂ ਖੜੇ ਹੀ ਨੇ ਵਿਰੋਧ ਦੇ ਵਿੱਚ। ਜਾਗੋ ਪਾਰਟੀ ਵੀ ਜੀ ਤਾਂ ਆਣ ਕੇ ਖੜੀ ਗਈ ਹੈ ਨਾ, ਉਹ ਵੀ ਕਿਤੇ ਨਾ ਕਿਤੇ ਜ਼ੋਰ ਲਾਉਣ ਗਈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਕਾਲੀ ਦਲ ਬਾਦਲ ਦੇ ਖਿਲਾਫ ਜਾਂਦੀਆਂ ਪਈਆਂ ਨੇ। ਲੋਕ ਇਨਸਾਫ ਪਾਰਟੀ ਦੇ ਵੱਲੋਂ ਜਿਹੜਾ ਹੈ ਬਲਵਿੰਦਰ ਸਿੰਘ ਬੈਂਸ ਹੋਰੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ, ਕਿ ਜੀ ਉਹ ਜੇ ਕੱਲ ਢੀਂਡਸਾ ਸਾਹਿਬ ਅੱਗੇ ਆਉਂਦੇ ਆ ਤੇ ਉਹਨਾਂ ਦੀ ਹਮਾਇਤ ਢੀਂਡਸੇ ਹੋਰਾਂ ਵੱਲ ਨਹੀਂ ਜਾਏਗੀ। ਜੇ ਉਹਨਾਂ ਨੂੰ ਲੋੜ ਪਈ ਤਾਂ ਬਾਦਲਾਂ ਵੱਲ ਨੂੰ ਨਹੀਂ ਜਾਏਗੀ, ਪਰ ਢੀਂਡਸੇ ਵੱਲ ਨੂੰ ਜਾ ਸਕਦੀ ਹੈ। ਉਹਨਾਂ ਸਥਿਤੀਆਂ ਦੇ ਵਿੱਚ ਜੇ ਇਹ ਪਾਰਟੀ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਪਤੀ ਦੇ ਉਮੀਦਵਾਰ ਨੂੰ ਵੋਟ ਪਾ ਸਕਦੀ ਹੈ ਪ੍ਰਭਾਵਾਂ ਦੇ ਤਹਿਤ, ਤੇ ਫਿਰ ਸ਼੍ਰੋਮਣੀ ਜੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਢੀਂਡਸਾ ਧੜੇ ਨੂੰ ਵੀ ਹਮਾਇਤ ਜਿਹੜੀ ਉਹ ਦਿੱਤੀ ਜਾ ਸਕਦੀ। ਬੀਬੀ ਕਿਰਨਜੋਤ ਕੌਰ ਜਿਹੜੇ ਸਿੱਧੇ ਤੌਰ ਤੇ ਉਹਨਾਂ ਮੰਚਾਂ ਦੇ ਉੱਤੇ ਇੱਕ ਠੋਕ ਕੇ ਜਿਹੜੀ ਆ ਉਹ ਗੱਲ ਕਰਦੇ ਨੇ, ਕਿਸੇ ਦੀ ਪਰਵਾਹ ਨਹੀਂ ਮੰਨਦੇ। ਜੇ ਕੁਝ ਵਿਰੋਧੀ ਗੱਲ ਕਰਨੀ ਹੁੰਦੀ ਹੈ ਤਾਂ ਕਰਕੇ ਜਾਂਦੇ ਨੇ ਮਾਈਕ ਦੇ ਉੱਤੇ। ਹੁਣ ਉਹ ਜਿਹੜੇ ਲੋਕ ਨੇ, ਕੀ ਕੱਲ ਜੇ ਢੀਂਡਸਾ ਸਾਹਿਬ ਅੱਗੇ ਆਉਂਦੇ ਆ ਤੇ ਉਹਨਾਂ ਦੀ ਹਮਾਇਤ ਨਹੀਂ ਕਰਨਗੇ? ਹਾਲਾਂਕਿ ਢੀਂਡਸਾ ਸਾਹਿਬ ਆਉਂਦੇ ਆ ਨਹੀਂ ਆਉਂਦੇ, ਜੇ ਆਉਂਦੇ ਆ ਚੁਣੇ ਜਾਂਦੇ ਆ ਤੇ ਉਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੋਏਗੀ, ਬਹੁਤ ਅੱਗੇ ਦੀਆਂ ਗੱਲਾਂ ਨੇ। ਚੰਗਾ ਕਰਨਗੇ ਇਹਨਾਂ ਨਾਲੋਂ, ਬਿਹਤਰ ਕਰਨਗੇ ਜਾਂ ਬਦਤਰ ਕਰਨਗੇ, ਇਹ ਕਿਹਾ ਨਹੀਂ ਜਾ ਸਕਦਾ ਪਹਿਲਾਂ। ਪਰ ਘੱਟੋ ਘੱਟ ਜਿਹੜੀਆਂ ਇਹ ਧਿਰਾਂ ਹੁਣ ਵੱਖਰੀਆਂ ਵੱਖਰੀਆਂ ਇਸ ਵੇਲੇ ਲੜਦੀਆਂ ਪਈਆਂ ਨੇ, ਉਹਨਾਂ ਨੂੰ ਇਕਜੁੱਟ ਜੀ ਹੋਣ ਦੇ ਲਈ ਇੱਕ ਕਾਰਨ ਜ਼ਰੂਰ ਮਿਲ ਜਾਏਗਾ, ਤੇ ਉਹੀ ਕਾਰਨ ਜਿਹੜਾ ਆ ਉਹ ਹੋ ਸਕਦਾ ਹੈ ਕਿ ਅਕਾਲੀ ਦਲ ਬਾਦਲ ਲਈ ਨੁਕਸਾਨਦਾਇਕ ਸਾਬਤ ਹੋਵੇ। ਜੀ ਅੱਛਾ ਸੁਖਬੀਰ ਜੀ, ਅੱਗੇ ਗੱਲ ਕਰਦੇ ਹਾਂ ਕਿਸਾਨਾਂ ਦੇ ਅੰਦੋਲਨ ਦੀ। ਆਪਾਂ ਕੱਲ ਵੀ ਚਰਚਾ ਕੀਤੀ ਸੀ ਕਿ ਕੇਂਦਰ ਸਰਕਾਰ ਵੱਲੋਂ ਸੱਦਾ ਆ ਗਿਆ ਆ ਤੇ ਤੁਸੀਂ ਇਸ ਨੂੰ ਅੰਸ਼ਕ ਜਿੱਤ ਜਿਹੜੀ ਉਹ ਕਰਾਰ ਦਿੱਤਾ ਸੀਗਾ, ਪਰ ਸੁਣਿਆ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਆ ਔਰ ਕਿਸਾਨਾਂ ਨੇ ਜਿਹੜਾ ਇਹ ਸੱਦਾ ਸੀ ਇਹ ਰੱਦ ਕਰ ਦਿੱਤਾ ਆ। ਆਖਰ ਕੀ ਮੀਟਿੰਗ ਹੋਈ ਆ ਤੇ ਆਖਰ ਕਿਉਂ ਇਹ ਸੱਦਾ ਰੱਦ ਕੀਤਾ ਗਿਆ? ਪੰਜਾਬੀ ਕਹਿੰਦੇ ਹੁੰਦੇ ਆ ਕਿ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ, ਕਿਉਂਕਿ ਇਹ ਚਿੱਠੀ ਜੀ ਜਿਹੜੀ ਸੀਗੀ ਇਹ ਕਿਤੇ ਸੱਦਾ ਗੱਲਬਾਤ ਦਾ ਘੱਟ ਨਜ਼ਰ ਆਉਂਦਾ ਸੀਗਾ ਤੇ ਸਲਾਹ ਦੇਣ ਵਾਲਾ ਜ਼ਿਆਦਾ ਨਜ਼ਰ ਆਉਂਦਾ ਸੀ। ਖੇਤੀ ਮੰਤਰਾਲੇ, ਕੇਂਦਰੀ ਖੇਤੀ ਮੰਤਰਾਲੇ ਦੀ ਇਹ ਚਿੱਠੀ ਸੀਗੀ, ਔਰ ਚਿੱਠੀ ਦੇ ਵਿੱਚ ਜੀ ਤਕਰੀਬਨ ਜਿਹੜੀ ਹਰਫ ਬਾ ਹਰਫ ਜੇ ਗੱਲ ਕਰ ਲਈਏ ਤੇ ਕੁਝ ਇਦਾਂ ਦੇ ਸੰਕੇਤ ਸੀਗੇ ਕਿ ਤੁਹਾਨੂੰ ਪਤਾ ਨਹੀਂ ਹੈ, ਤੁਹਾਨੂੰ ਗੁੰਮਰਾਹ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੂੰ ਕਿਹਾ ਗਿਆ ਸੀ ਅਸੀਂ ਤੁਹਾਨੂੰ ਸਮਝਾਉਂਦੇ ਆ ਕਿ ਇਸ ਕਾਨੂੰਨ ਦੇ ਫਾਇਦੇ ਕਿਸਾਨੀ ਦੇ ਵਿੱਚ ਕਿਹੜੇ ਕਿਹੜੇ ਹੋਣਗੇ। ਹੁਣ ਜਦੋਂ ਜੀ ਇਹ ਰੌ ਨਜ਼ਰ ਆ ਰਿਹਾ ਹੋਵੇ, ਕਿਸਾਨ ਜਥੇਬੰਦੀਆਂ ਨੇ ਉਹਨੂੰ ਘੋਖ ਪੜਤਾਲ ਕੀਤੀ ਉਸ ਚਿੱਠੀ ਦੀ, ਤੇ ਫਿਰ ਉਸ ਤੋਂ ਬਾਅਦ ਸਪਸ਼ਟ ਸੰਕੇਤ ਸੀਗਾ ਕਿ ਸਰਕਾਰ ਗੱਲਬਾਤ ਨਹੀਂ ਕਰ ਰਹੀ, ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਾਨੂੰ ਮੂਰਖ ਸਮਝ ਰਹੀ ਹੈ। ਇਸ ਕਰਕੇ ਕੱਲ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ 30 ਕਿਸਾਨ ਜਥੇਬੰਦੀਆਂ ਦੀ, ਉਹਨਾਂ ਨੇ ਸਪਸ਼ਟ ਤੌਰ ਤੇ ਸੰਕੇਤ ਦਿੱਤੇ ਕਿ ਭਾਈ ਅਸੀਂ ਨਹੀਂ ਜਾਣਾ। ਇਹਦੇ ਦੋ ਕਾਰਨ ਸੀ। ਇੱਕ, ਉਸ ਚਿੱਠੀ ਦੇ ਵਿੱਚ ਜਿਹੜਾ ਮੈਂ ਸ਼ਬਦੀ ਉਹਦੇ ਅਧਿਐਨ ਦੀ ਗੱਲ ਕੀਤੀ ਕਿ ਇਸ ਤਰੀਕੇ ਨਾਲ ਕਿਹਾ ਗਿਆ ਕਿ ਤੁਹਾਨੂੰ ਸਮਝਾਉਂਦੇ ਆ ਅਸੀਂ, ਉਹ ਕਹਿੰਦੇ ਅਸੀਂ ਸਮਝਣ ਦੀ ਸਾਨੂੰ ਲੋੜ ਨਹੀਂ ਹੈ, ਸਾਨੂੰ ਪਤਾ ਆ ਕਿਸਾਨੀ ਦੇ ਬਾਰੇ। ਦੂਜਾ ਕਾਰਨ ਇਹ ਸੀ, ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਇਹ ਸਰਕਾਰ ਦਾ ਨਿਯੋਤਾ ਨਹੀਂ ਸੀ, ਸਰਕਾਰ ਦਾ ਸੱਦਾ ਨਹੀਂ ਸੀ, ਇਹ ਵਿਭਾਗ ਦਾ ਸੱਦਾ ਸੀ। ਸਰਕਾਰ ਸਾਨੂੰ ਜੀ ਸੱਦਾ ਦੇਗੀ, ਸੱਦਾ ਦੇਣ ਦੇ ਨਾਲ ਨਾਲ ਉੱਥੇ ਮੀਟਿੰਗਾਂ ਕਰਨ ਦੀ ਬਜਾਏ ਧਰਨਿਆਂ ਤੇ ਆਣ ਕੇ ਸਾਡੇ ਨਾਲ ਗੱਲਬਾਤ ਕਰੇ, ਫਿਰ ਅਸੀਂ ਗੱਲਬਾਤ ਜਿਹੜੀ ਆ ਉਹ ਕਰਨ ਲਈ ਤਿਆਰ ਹਾਂ। ਫਿਰ ਅਸੀਂ ਦੇਖਾਂਗੇ ਕਿ ਉਹਦੇ ਤੋਂ ਬਾਅਦ ਕਿਸ ਤਰੀਕੇ ਨਾਲ ਕਾਰਵਾਈ ਕਰਨੀ ਆ। ਇੰਜ ਅਸੀਂ ਮੰਨਣ ਵਾਲੇ ਨਹੀਂ ਆ। 15 ਤਰੀਕ ਤੱਕ ਹੋਰ ਇਹਨਾਂ ਨੇ ਆਪਣਾ ਜਿਹੜਾ ਅੰਦੋਲਨ ਹੈ ਵਧਾ ਦਿੱਤਾ ਆ। ਰੇਲਵੇ ਟਰੈਕ ਇਸੇ ਤਰੀਕੇ ਨਾਲ ਜਿਹੜਾ ਉਹ ਜਾਮ ਰਹਿਣਗੇ, ਉਹਨਾਂ ਦੇ ਉੱਤੇ ਧਰਨੇ ਪ੍ਰਦਰਸ਼ਨ ਇਸੇ ਤਰੀਕੇ ਨਾਲ ਚੱਲਦੇ ਰਹਿਣਗੇ। ਔਰ ਕਿਸਾਨ ਜਥੇਬੰਦੀਆਂ ਦੇ ਨਾਲ ਦੀ ਨਾਲ ਇੱਕ ਅਲਟੀਮੇਟਮ ਵੀ ਦਿੱਤਾ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਹੁਣ ਇਹ ਕਿਹਾ ਆ ਕਿਸਾਨ ਜਥੇਬੰਦੀਆਂ ਨੇ ਕਿ ਪਿਛਲੀ ਮੀਟਿੰਗ ਦੇ ਵਿੱਚ
ਇੱਕ ਭਰੋਸਾ ਦਿੱਤਾ ਗਿਆ ਸੀਗਾ ਮੁੱਖ ਮੰਤਰੀ ਦੇ ਵੱਲੋਂ ਕਿ ਮੈਂ 1 ਹਫ਼ਤੇ ਦੇ ਅੰਦਰ ਜਿਹੜਾ ਹੈ ਉਹ ਵਿਧਾਨ ਸਭਾ ਦਾ ਇਜਲਾਸ ਬੁਲਾਵਾਂਗਾ ਤੇ ਉਹਦੇ ਵਿੱਚ ਇਸ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਵਾਂਗਾ, ਪਾਸ ਕਰਾਂਗਾ। ਜੀ ਉਹ ਕਹਿੰਦੇ ਹੁਣ 1 ਹਫ਼ਤੇ ਦਾ ਹੋਰ ਟਾਈਮ ਦਿੰਨੇ ਆ, ਅਸੀਂ 7 ਦਿਨ ਦਾ ਟਾਈਮ ਦਿੰਨੇ ਆ। 7 ਦਿਨਾਂ ਦੇ ਅੰਦਰ ਅੰਦਰ ਕੈਪਟਨ ਅਮਰਿੰਦਰ ਸਿੰਘ ਹੋਰੀ ਇਹ ਇਜਲਾਸ ਬੁਲਾਵੇ, ਉਸ ਇਜਲਾਸ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਕੀਤਾ ਜਾਵੇ। ਨਹੀਂ ਤਾਂ ਜੇ ਇਹ ਮਤਾ ਪਾਸ ਨਾ ਕੀਤਾ ਗਿਆ 1 ਹਫ਼ਤੇ ਦੇ ਅੰਦਰ ਅੰਦਰ, ਫਿਰ ਕਹਿੰਦੇ ਜੋ ਹਾਲ ਅਸੀਂ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦਾ ਕਰ ਰਹੇ ਹਾਂ, ਮਤਲਬ ਉਹਨਾਂ ਦੇ ਘਰਾਂ ਦੇ ਬਾਹਰ ਮੁਰਦਾਬਾਦ ਮੁਰਦਾਬਾਦ ਕੀਤੀ ਜਾ ਰਹੀ ਹੈ, ਜਿੱਥੇ ਉਹ ਪ੍ਰੈਸ ਕਾਨਫਰੰਸ ਕਰਦੇ ਆ ਉੱਥੇ ਮੁਰਦਾਬਾਦ ਮੁਰਦਾਬਾਦ ਹੋਣੀ ਸ਼ੁਰੂ ਹੋ ਜਾਂਦੀ ਹੈ। ਜੇ ਸਾਡੇ ਧਰਨਿਆਂ ਦੇ ਵਿੱਚ ਆਣ ਕੇ ਬੈਠਦੇ ਆ ਤੇ ਉੱਥੋਂ ਅਸੀਂ ਭਜਾ ਦਈਦਾ, ਵਾਪਸ ਜਾਓ ਵਾਪਸ ਜਾਓ, ਜੋ ਸਾਂਪਲੇ ਹੋਰਾਂ ਨਾਲ ਕੀਤਾ ਗਿਆ ਸੀਗਾ। ਉਹੀ ਹਾਲ ਕਾਂਗਰਸ ਦਾ ਵੀ ਕਰਾਂਗੇ। ਕਾਂਗਰਸ ਦੇ ਕੱਲੇ ਕੱਲੇ ਮੰਤਰੀ, ਕੱਲੇ ਕੱਲੇ ਵਿਧਾਇਕ ਉਹਦੇ ਘਰ ਦੇ ਬਾਹਰ ਧਰਨੇ ਲਾ ਕੇ ਮੁਰਦਾਬਾਦ ਮੁਰਦਾਬਾਦ ਕਰਾਂਗੇ ਤੇ ਫਿਰ ਤੁਹਾਨੂੰ ਵੀ ਉਸੇ ਕੈਟੇਗਰੀ ਦੇ ਵਿੱਚ ਰੱਖ ਲਿਆ ਜਾਏਗਾ ਜਿਹੜੀ ਕੈਟੇਗਰੀ 'ਚ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਰੱਖਿਆ ਗਿਆ। ਸੋ ਸਿੱਧੀ ਚੇਤਾਵਨੀ ਜਿਹੜੀ ਆ ਕਿਸਾਨਾਂ ਵੱਲੋਂ ਦੇ ਦਿੱਤੀ ਗਈ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਿ 1 ਹਫ਼ਤੇ ਦੇ ਅੰਦਰ ਜਿਹੜਾ ਆ ਉਹ ਇਹ ਸਾਰਾ ਕੁਝ ਕਰ ਦਿੱਤਾ ਜਾਵੇ। ਨਾਲ ਹੀ ਭਗਵੰਤ ਮਾਨ ਨੇ ਕਹਿਤਾ ਆ ਕਿ ਭਾਈ ਜੇ ਇਜਲਾਸ ਬੁਲਾਉਣਾ ਹੈ ਤੇ ਉਸ ਇਜਲਾਸ ਤੋਂ ਪਹਿਲਾਂ ਇੱਕ ਸਰਬ ਪਾਰਟੀ ਮੀਟਿੰਗ ਬੁਲਾ ਲਓ। ਉਸ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੈਅ ਕਰ ਲਈਆਂ ਜਾਣ, ਕੀ ਕਰਨਾ ਹੈ, ਕਿਵੇਂ ਕਰਨਾ, ਸਲਾਹ ਮਸ਼ਵਰਾ ਬਾਕੀ ਪਾਰਟੀਆਂ ਨਾਲ ਕਰ ਲਈਆਂ ਜਾਣ। ਹੁਣ ਜਦੋਂ ਆਹ ਚੀਜ਼ਾਂ ਬਣਦੀਆਂ ਨਜ਼ਰ ਆ ਰਹੀਆਂ ਨੇ, ਦਬਾਅ ਬਣਦਾ ਨਜ਼ਰ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ, ਤੇ ਕੈਪਟਨ ਅਮਰਿੰਦਰ ਸਿੰਘ ਦਾ ਰੌਂ ਬਦਲ ਗਿਆ ਆ, ਇਰਾਦਾ ਵੀ ਬਦਲ ਗਿਆ। ਪਤਾ ਨਹੀਂ ਕਾਰਨ ਕੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਕਿਸਾਨ ਜਥੇਬੰਦੀਆਂ ਨੂੰ ਕਹਿਤਾ ਕਿ ਭਾਈ ਮੈਨੂੰ ਅਲਟੀਮੇਟਮ ਨਾ ਦਿਓ, ਅਲਟੀਮੇਟਮ ਤੁਹਾਡਾ ਮੈਂ ਮਨਜ਼ੂਰ ਨਹੀਂ ਕਰਨਾ। ਇਹ ਤੈਅ ਨਹੀਂ ਕਰ ਸਕਦੇ ਤੁਸੀਂ ਕਿ 7 ਦਿਨਾਂ ਦੇ ਅੰਦਰ ਮੈਂ ਤੁਹਾਡੇ ਦਬਾਅ ਦੇ ਹੇਠ ਆਣ ਕੇ ਵਿਧਾਨ ਸਭਾ ਦਾ ਇਜਲਾਸ ਬੁਲਾਵਾਂ ਤੇ ਇਸ ਕਾਨੂੰਨ ਨੂੰ ਰੱਦ ਕਰਨ ਦਾ ਮਤਾ ਪਾਸ ਕਰਾਂ। ਉਹ ਕਹਿੰਦੇ ਮੈਂ ਦੇਖਾਂਗਾ ਕੀ ਠੀਕ ਹੈ ਸੂਬੇ ਦੇ ਲਈ, ਕੀ ਕਾਨੂੰਨੀ ਤੌਰ ਤੇ ਠੀਕ ਹੈ, ਕੀ ਸੰਵਿਧਾਨਕ ਤੌਰ ਤੇ ਠੀਕ ਹੈ, ਫਿਰ ਉਸ ਮੁਤਾਬਕ ਫੈਸਲਾ ਲਵਾਂਗਾ। ਕਿਸਾਨ ਜਥੇਬੰਦੀਆਂ ਨੂੰ ਖੁਸ਼ ਕਰਨ ਲਈ ਮੈਂ ਕੋਈ ਵੀ ਫੈਸਲਾ ਨਹੀਂ ਲੈਣਾ। ਇੱਥੇ ਇੱਕ ਗੱਲ ਜ਼ਰੂਰ ਕਰਨੀ ਬਣਦੀ ਹੈ ਮਨਦੀਪ ਜੀ, ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰੀ ਆਹ ਕਹਿੰਦੇ ਆ ਨਾ ਹੁਣ ਕਿ ਮੈਂ ਕਿਸਾਨ ਜਥੇਬੰਦੀਆਂ ਨੂੰ ਖੁਸ਼ ਕਰਨ ਲਈ ਫੈਸਲਾ ਨਹੀਂ ਲੈਣਾ, ਮੈਂ ਸੰਵਿਧਾਨਕ ਤੌਰ ਤੇ ਜੋ ਠੀਕ ਹੋਇਆ, ਕਾਨੂੰਨੀ ਤੌਰ ਤੇ ਜੋ ਠੀਕ ਹੋਇਆ ਉਹ ਫੈਸਲਾ ਲੈਣਾ। ਤੇ ਜਦੋਂ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਇਹ ਭਰੋਸਾ ਦਿੱਤਾ ਸੀਗਾ ਕਿ ਮੈਂ ਵਿਧਾਨ ਸਭਾ ਦਾ ਇਜਲਾਸ ਬੁਲਾਵਾਂਗਾ, ਉਹ ਕਿਹੜੀ ਚੀਜ਼ ਦੇਖ ਕੇ ਉਹਨਾਂ ਨੇ ਦਿੱਤਾ ਸੀਗਾ। ਹੁਣ ਸਵਾਲ ਤਾਂ ਕਈ ਪੈਦਾ ਹੁੰਦੇ ਨੇ ਕਿ ਪਹਿਲਾਂ ਤੁਸੀਂ ਆਪ ਕਹਿੰਦੇ ਕਿ ਹਾਂ ਅਸੀਂ ਮਤਾ ਰੱਦ ਕਰਾਂਗੇ, ਔਰ ਇੱਕ ਵਾਰੀ ਇਜਲਾਸ ਬੁਲਾ ਕੇ ਜਦੋਂ ਇਹ ਆਰਡੀਨੈਂਸ ਸੀ ਰੱਦ ਵੀ ਕਰ ਚੁੱਕੇ ਆ। ਹਾਲਾਂਕਿ ਰਾਜਪਾਲ ਨੇ ਦਸਤਖਤ ਨਹੀਂ ਕੀਤੇ, ਉਹ ਗੱਲ ਅਲੱਗ ਆ, ਰੱਦ ਵੀ ਕਰ ਚੁੱਕੇ। ਹੁਣ ਕਹਿੰਦੇ ਮੈਂ ਸੰਵਿਧਾਨਕ ਨੁਕਤੇ ਦੇਖਾਂਗਾ। ਚਰਚਾ ਤਾਂ ਇਹ ਵੀ ਚੱਲਦੀ ਹੈ ਕਿ ਹੋ ਸਕਦਾ ਕਿ ਤੁਣਕਾ ਮਾਰਿਆ ਹੋਵੇ ਕੇਂਦਰ ਸਰਕਾਰ ਨੇ। ਉਹ ਜਿਹੜੇ ਸਵਿਸ ਬੈਂਕਾਂ ਦੇ ਖਾਤਿਆਂ ਵਾਲਾ ਮਾਮਲਾ ਸੀਗਾ, ਉਹ ਜਿਹੜੇ ਈਡੀ ਵਾਲੇ ਮਾਮਲੇ ਸੀਗੇ, ਕਹਿ ਦਿੱਤਾ ਹੋਵੇ ਕਿ ਭਾਈ ਕੇਂਦਰੀ ਏਜੰਸੀਆਂ ਸਾਡੇ ਕੋਲ ਨੇ ਤੇ ਫਿਰ ਦੇਖ ਲਓ ਕਿਤੇ ਗੁੱਡੀ ਆਈਬੋ ਨਾ ਹੋ ਜਾਵੇ, ਅਸੀਂ ਤੁਣਕਾ ਤੁਹਾਨੂੰ ਮਾਰਤਾ ਹੈ, ਇੰਨੇ ਨਾਲ ਹੀ ਸਮਝ ਜਾਓ, ਸੰਭਲ ਜਾਓ, ਆਪਣੇ ਤਰੀਕੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ, ਸਾਡਾ ਨੁਕਸਾਨ ਜਿਹੜਾ ਆ ਉਹ ਇਹਦੇ ਨਾਲ ਨਹੀਂ ਹੋਣਾ ਚਾਹੀਦਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਸ ਵੇਲੇ ਚੱਲਦੀਆਂ ਪਈਆਂ ਨੇ। ਅਲਟੀਮੇਟਮ ਕਿਸਾਨਾਂ ਨੇ ਦਿੱਤਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਰੌਂ ਸਖਤ ਆ। ਹੁਣ ਇਹ ਟਕਰਾਅ ਜਿਹੜਾ ਆ ਦੋਨਾਂ ਦੇ ਦਰਮਿਆਨ ਬਣੇਗਾ, ਉਹ ਟਕਰਾਅ ਦਾ ਨਤੀਜਾ ਕੀ ਹੋਏਗਾ ਇਹ ਵੀ ਦੇਖਣਾ ਪਏਗਾ, ਤੇ ਨਾਲ ਦੀ ਨਾਲ ਕੇਂਦਰ ਸਰਕਾਰ ਕਿਹੋ ਜਿਹੇ ਅਗਲੇ ਕਦਮ ਪੁੱਟਦੀ ਆ ਇਹ ਵੀ ਸਾਨੂੰ ਦੇਖਣਾ ਪਏਗਾ ਕਿ ਕੇਂਦਰ ਸਰਕਾਰ ਦਾ ਹੁਣ ਉਸ ਚਿੱਠੀ ਤੋਂ ਬਾਅਦ ਅਗਲਾ ਰੌਂ ਕਿਹੋ ਜਿਹਾ ਹੁੰਦਾ, ਕਿਉਂਕਿ ਪਰਿਸਥਿਤੀਆਂ ਹੁਣ ਦਿਨ ਪ੍ਰਤੀ ਦਿਨ ਜਿਹੜੀਆਂ ਉਹ ਬਦਲਦੀਆਂ ਨਜ਼ਰ ਆ ਰਹੀਆਂ ਨੇ। ਸੋ ਸਥਿਤੀਆਂ ਲਗਭਗ ਕਹਿ ਸਕਦੇ ਕਿ ਇਹੋ ਜਿਹੀਆਂ ਇਸ ਵੇਲੇ ਪੰਜਾਬ ਦੇ ਵਿੱਚ ਬਣਦੀਆਂ ਨਜ਼ਰ ਆ ਰਹੀਆਂ ਨੇ। ਗੱਲ ਆਪਾਂ ਮੇਰਾ ਖਿਆਲ ਹੈ ਕਿ ਤੁਹਾਡੇ ਗਵਾਂਢੀ ਮੁਲਕ ਅਮਰੀਕਾ ਦੀ ਕਰ ਲੈਂਦੇ ਹਾਂ, ਕਿਉਂਕਿ ਚੁਣਾਵੀ ਮਾਹੌਲ ਤਾਂ ਉੱਥੇ ਵੀ ਬਹੁਤ ਭਖਿਆ ਹੋਇਆ। ਮੈਂ ਪਤਾ ਨਹੀਂ ਕਿਉਂ ਭਾਰਤ ਦੇ ਨਾਲ ਜਦੋਂ ਕੋਰਿਲੇਟ ਕਰਦਾ ਹੈ ਉੱਥੋਂ ਦੇ ਚੁਣਾਵੀ ਮਾਹੌਲ ਨੂੰ, ਤੇ ਕਿੰਨੀਆਂ ਸਾਰੀਆਂ ਚੀਜ਼ਾਂ ਇਸ ਵਾਰ ਮੈਨੂੰ ਰਲਦੀਆਂ ਮਿਲਦੀਆਂ ਨਜ਼ਰ ਆਉਂਦੀਆਂ। ਆ ਪਿਛਲੇ ਦਿਨੀ ਜਦੋਂ ਬਹੁਤ ਸਾਰੀਆਂ ਸਵਾਲ ਉੱਠੇ ਸੀਗੇ, ਗੱਲਾਂ ਰਲਗੱਡ ਹੁੰਦੀਆਂ ਨਜ਼ਰ ਆ ਰਹੀਆਂ ਸੀ, ਨੁਕਸਾਨ ਦੇ ਬਾਰੇ ਪੁੱਛਿਆ ਜਾ ਰਿਹਾ ਸੀ, GST ਦੇ ਗੱਲ ਚੱਲਦੀ ਪਈ ਸੀ, ਤੇ ਬੀਬੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਇਹ ਤਾਂ ਐਕਟ ਆਫ ਗੋਡ ਆ, ਕਿ ਇਹ ਰੱਬੀ ਜਿਹੜਾ ਉਹ ਕਾਰਗੁਜ਼ਾਰੀ ਆ, ਹੁਣ ਇਹਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ। ਮੈਨੂੰ ਪਤਾ ਲੱਗਾ ਕਿ ਇੱਧਰ ਟਰੰਪ ਸਾਹਿਬ ਵੀ ਲੱਗਦਾ ਉਦਾਂ ਦੀਆਂ ਹੀ ਬਿਆਨਬਾਜ਼ੀਆਂ ਕਰ ਰਹੇ ਨੇ। ਉਹ ਕਹਿੰਦੇ ਕਰੋਨਾ ਵੀ ਜਿਹੜਾ ਆ ਉਹ ਕੁਦਰਤੀ ਆਸ਼ੀਰਵਾਦ ਆ, ਰੱਬ ਦਾ ਆਸ਼ੀਰਵਾਦ ਆ, ਉਹ ਕਰੋਨਾ ਨੂੰ ਵੀ ਆਸ਼ੀਰਵਾਦ ਲੈ ਕੇ ਚੱਲ ਰਿਹਾ। ਬੀਬੀ ਦੇ ਬਿਆਨ ਦੇ ਵਿੱਚ ਤੇ ਟਰੰਪ ਸਾਹਿਬ ਦੇ ਬਿਆਨ ਦੇ ਵਿੱਚ ਮੈਨੂੰ ਕੋਈ ਬਹੁਤਾ ਫਰਕ ਨਜ਼ਰ ਆਇਆ ਨਹੀਂ। ਜਸਵੀਰ ਜੀ, ਸਿਰਫ ਬੀਬੀ ਦਾ ਬਿਆਨ ਨਹੀਂ, ਬਿਆਨ ਉਹਨਾਂ ਨੇ ਮੋਦੀ ਸਾਹਿਬ ਦਾ ਵੀ ਚੱਕਿਆ ਇੱਕ। ਅਸਲ ਦੇ ਵਿੱਚ ਜਿੱਦਾਂ ਆਪਾਂ ਗੱਲ ਕੀਤੀ ਸੀ ਕਿ ਕੱਲ ਦੇ ਪ੍ਰੋਗਰਾਮ ਵਿੱਚ ਕਿ ਹਸਪਤਾਲ ਤੋਂ ਛੁੱਟੀ ਲੈ ਸਕਦੇ, ਔਰ ਮੇਰੇ ਖਿਆਲ ਨਾਲ ਕੱਲ ਜਿਸ ਵਕਤ ਆਪਾਂ ਪ੍ਰੋਗਰਾਮ ਕਰ ਰਹੇ ਸੀ ਉਸੇ ਵਕਤ ਹੀ ਉਹ ਛੁੱਟੀ ਲੈ ਕੇ ਵਾਈਟ ਹਾਊਸ ਪਹੁੰਚ ਗਏ ਸੀਗੇ ਉਸ ਤੋਂ ਪਿਛਲੇ ਦਿਨ। ਤੇ
ਹੁਣ ਜਦੋਂ ਜੀ ਉਹਨਾਂ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਆ, ਅੱਜ ਪਤਾ ਇਹ ਲੱਗਾ ਹੈ ਕਿ ਉਹ ਹੁਣ ਆਪਣੇ ਆਫਿਸ ਕੰਮਕਾਰ ਕਰਨ ਵੀ ਪਹੁੰਚ ਗਏ ਆ। ਸਥਿਤੀ ਹਲੇ ਸਪਸ਼ਟ ਨਹੀਂ ਹੈ ਪੂਰੀ ਤਰ੍ਹਾਂ ਕਿ ਉਹ ਠੀਕ ਹੋ ਚੁੱਕੇ ਨੇ ਜਾਂ ਕਰੋਨਾ ਦੇ ਕਾਰਨ ਹਲੇ ਵੀ ਉਹਨਾਂ ਦੇ ਸਰੀਰ 'ਚ ਹੈਗੇ ਨੇ, ਆਸੇ ਪਾਸੇ ਦੇ ਸਟਾਫ ਨੂੰ ਉਹਨਾਂ ਤੋਂ ਹਲੇ ਖਤਰਾ ਹੈਗਾ ਜਾਂ ਨਹੀਂ ਹੈਗਾ। ਪਰ ਉਹਨਾਂ ਨੇ ਅੱਜ ਇੱਕ ਵੀਡੀਓ ਜਾਰੀ ਕੀਤੀ ਆ ਟਵਿੱਟਰ ਉੱਤੇ। ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਇੱਕ ਤਾਂ ਵੀ ਹੈਗਾ ਇਹ ਰੱਬ ਦਾ ਆਸ਼ੀਰਵਾਦ। ਉਹਨਾਂ ਨੇ ਕਿਹਾ ਕਿ ਇਹ ਗੋਡ ਦੀਆਂ ਜੀ ਬਲੈਸਿੰਗਸ ਆ ਜਿਹੜੀਆਂ ਅਸਮਾਨ ਤੋਂ ਮੈਨੂੰ ਆਈਆਂ ਔਰ ਕਰੋਨਾ ਦੇ ਰੂਪ ਵਿੱਚ ਆਈਆਂ। ਜੀ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਜਿਹੜਾ ਵਾ ਮੈਨੂੰ ਇੱਕ ਦਵਾਈ ਦਿੱਤੀ ਗਈ। ਕਹਿੰਦਾ ਵੀ ਇਹ ਦਵਾਈ ਨੇ ਤਾਂ ਜੀ ਮੇਰੇ ਤੇ ਪੂਰਾ ਅਸਰ ਕਰਤਾ। ਕਹਿੰਦੇ ਸੀ ਇਹ ਦਵਾਈ ਅਸਰ ਕਰਦੀ ਹੈ। ਕਹਿੰਦੇ ਮੈਂ ਡਾਕਟਰ ਨੂੰ ਕਿਹਾ ਵੀ ਚਲੋ ਲਿਆਓ ਮੈਨੂੰ ਦਿਓ ਇਹ ਦਵਾਈ, ਮੈਂ ਦੇਖਦਾ ਖਾ ਕੇ। ਉਹ ਕਹਿੰਦੇ ਦੇਖ ਲਓ ਮੈਂ ਬੈਟਰ ਫੀਲ ਕਰ ਰਿਹਾ ਔਰ ਮੈਂ ਬਿਲਕੁਲ ਠੀਕ ਹੋ ਰਿਹਾ ਵਾਂ। ਉਹ ਕਹਿੰਦੇ ਵੀ ਹੁਣ ਮੈਂ ਚਾਹੁੰਦਾ ਕਿ ਜੀ ਇਹ ਦਵਾਈ ਜਿੰਨੇ ਵੀ ਹੋਰ ਕਰੋਨਾ ਪੀੜਤ ਆ ਇਹ ਸਾਰਿਆਂ ਨੂੰ ਦਿੱਤੀ ਜਾਵੇ। ਤੇ ਇਹ ਤਜਰਬਾ ਕਹਿੰਦੇ ਤੁਹਾਡੇ ਰਾਸ਼ਟਰਪਤੀ ਤੇ ਹੋ ਚੁੱਕਾ ਹੈ, ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ। ਸੋ ਮੈਂ ਸਾਰਿਆਂ ਨੂੰ ਇਹ ਦਵਾਈ ਜਿਹੜੀ ਆ ਫ੍ਰੀ ਵੰਡੂਗਾ। ਸੋ ਇਹਦੇ ਨਾਲ ਜਿਹੜੇ ਆ ਸਾਰੇ ਜੀ ਠੀਕ ਹੋ ਜਾਣਗੇ। ਇਸ ਕਰਕੇ ਇੱਕ ਤਾਂ ਦੋ ਚੀਜ਼ਾਂ ਹੁਣ ਹੋ ਗਈਆਂ, ਇੱਕ ਤਾਂ ਉਹਨਾਂ ਨੇ ਕਿਹਾ ਕਿ ਆਸ਼ੀਰਵਾਦ ਆ ਜਿਵੇਂ ਤੁਸੀਂ ਇੱਥੇ ਮੰਤਰੀ ਹੋਣਾ ਦੀ ਗੱਲ ਕੀਤੀ ਸੀ, ਤੇ ਦੂਜਾ ਜਿਹੜੀ ਮੋਦੀ ਸਾਹਿਬ ਗੱਲ ਜੀ ਕਰਦੇ ਨੇ ਕਿ ਆਪਦਾ ਨੂੰ ਅਫਸਰ ਵਿੱਚ, ਉਹ ਕਹਿੰਦੇ ਮੇਰੇ ਤੇ ਆਪਦਾ ਆਈ ਸੀ, ਆਪਾਂ ਐਕਸਪੈਰੀਮੈਂਟ ਕਰ ਲਿਆ, ਦਵਾਈ ਆਪਾਂ ਲੱਭ ਪਈ ਆ, ਹੁਣ ਇਹ ਦਵਾਈ ਆਪਾਂ ਸਾਰਿਆਂ ਨੂੰ ਮੁਫਤ ਦੇਵਾਂਗੇ। ਸੋ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਜੀ ਇਸ ਵਕਤ ਇੱਥੇ ਚੱਲ ਰਹੀ ਆ। ਹਾਲਾਂਕਿ ਇਹ ਸਭ ਦੇ ਦੌਰਾਨ ਜਿਹੜੇ ਲੋਕ ਬੜੇ ਹੈਰਾਨ ਨੇ। ਉਹ ਕਹਿੰਦੇ ਵੀ ਕਰੋਨਾ ਵਾਇਰਸ ਨੂੰ ਇੰਨੇ ਹਲਕੇ 'ਚ ਪਤਾ ਨਹੀਂ ਕਿਉਂ ਲੈ ਰਿਹਾ ਰਾਸ਼ਟਰਪਤੀ ਸਾਹਿਬ, ਕਿਉਂਕਿ ਇਸ ਵਕਤ ਵਾਈਟ ਹਾਊਸ ਕਰੋਨਾ ਵਾਇਰਸ ਦਾ ਹੌਟਸਪੌਟ ਬਣ ਚੁੱਕਾ ਹੈ ਇਸ ਵੇਲੇ। ਕਿਉਂਕਿ ਪਹਿਲਾਂ ਇਹ ਤਾਂ ਸਪਸ਼ਟ ਹੀ ਹੈ ਕਿ ਟਰੰਪ ਸਾਹਿਬ ਕਰੋਨਾ ਵਾਇਰਸ ਤੋਂ ਪੀੜਤ ਨੇ। ਉਹਨਾਂ ਦੀ ਪਤਨੀ ਮਲਾਨੀਆ ਟਰੰਪ, ਉਹਨਾਂ ਦੀ ਦੁਬਾਰਾ ਰਿਪੋਰਟ ਵੀ ਹਲੇ ਨੈਗੇਟਿਵ ਨਹੀਂ ਆਈ ਹੈ। ਇਸ ਤੋਂ ਇਲਾਵਾ ਹੋਰ ਕਈ ਜੀ ਸਟਾਫ ਮੈਂਬਰ ਜਿਹੜੇ ਆ, ਇਹਨਾਂ ਦੀ ਪ੍ਰੈਸ ਸਕੱਤਰ ਸੀ ਉਹਨੂੰ ਵੀ ਕੋਵਿਡ ਹੋ ਗਿਆ। ਇਸ ਤੋਂ ਪਹਿਲਾਂ ਵੀ ਕੋਵਿਡ ਦੇ ਕੇਸ ਆਉਂਦੇ ਰਹੇ ਨੇ। ਔਰ ਇਸ ਵਕਤ ਜਿਹੜਾ ਰਾਸ਼ਟਰਪਤੀ ਉਹਨਾਂ ਦੀ ਸੇਵਾ ਜਿਹੜਾ ਅਮਲਾ ਲੱਗਾ, ਉਹਨਾਂ ਦੀ ਜਿਹੜੀ ਸਿਕਿਉਰਿਟੀ ਆ, ਉਹਨਾਂ ਦੀ ਰਸੋਈ ਦਾ ਅਮਲਾ ਆ, ਉਹਨਾਂ ਸਾਰਿਆਂ ਨੂੰ ਉੱਥੇ ਉਹਨਾਂ ਦੀ ਹਾਜ਼ਰੀ 'ਚ ਕੰਮ ਕਰਨਾ ਪੈ ਰਿਹਾ। ਸੋ ਕਿਤੇ ਨਾ ਕਿਤੇ ਕਿਹਾ ਇਹ ਜਾ ਰਿਹਾ ਕਿ ਇਸ ਵਕਤ ਟਰੰਪ ਸਾਹਿਬ ਨੂੰ ਜਾਂ ਵਾਈਟ ਹਾਊਸ ਦੇ ਵਿੱਚ ਜਿੰਨੇ ਲੋਕ ਆ ਉਹਨਾਂ ਦੇ ਸਾਹ ਸੁੱਤੇ ਹੋਏ ਆ ਕਿ ਕਿਤੇ ਨਾ ਕਿਤੇ ਅਸੀਂ ਵੀ ਹੁਣ ਇੱਥੋਂ ਕਦੇ ਇਹ ਜਿਹੜਾ ਆਸ਼ੀਰਵਾਦ ਟਰੰਪ ਹੋਣਾ ਨੂੰ ਮਿਲਿਆ, ਕਦੇ ਇਹ ਆਸ਼ੀਰਵਾਦ ਸਾਨੂੰ ਨਾ ਇਹਨਾਂ ਕੋਲ ਮਿਲ ਜਾਵੇ। ਸੋ ਇਸ ਤਰ੍ਹਾਂ ਦੀ ਚਰਚਾ ਇਸ ਵਕਤ ਵੀ ਇੱਥੇ ਚੱਲ ਰਹੀ ਆ। ਖੈਰ ਜਸਵੀਰ ਜੀ, ਜੀ ਕੱਲ ਇੱਕ ਬਹੁਤ ਆਪਾਂ ਦਿਲਚਸਪ ਖਬਰ ਸਾਂਝੀ ਕੀਤੀ ਸੀ ਨਵਜੋਤ ਸਿੰਘ ਸਿੱਧੂ ਹੋਣਾ ਬਾਰੇ। ਸੁਣਿਆ ਅੱਜ ਵੀ ਰਾਵਤ ਹੋਣਾ ਦਾ ਕੋਈ ਉਹਨਾਂ ਬਾਰੇ ਇੱਕ ਵੱਡਾ ਬਿਆਨ ਆਇਆ। ਬਿਲਕੁਲ ਕਿਉਂਕਿ ਬਹੁਤ ਸਾਰੇ ਸਵਾਲ ਉੱਠ ਰਹੇ ਸੀ। ਰਾਵਤ ਹੋਰਾਂ ਨੂੰ ਵਾਰ-ਵਾਰ ਮੀਡੀਆ ਪੁੱਛ ਰਿਹਾ ਸੀਗਾ ਕਿ ਜੋ ਕੁਝ ਮੋਗੇ ਬੱਧਨੀ ਕਲਾਂ ਰੈਲੀ ਦੇ ਵਿੱਚ ਹੋਇਆ ਵਾਪਰਿਆ, ਕੀ ਉਹਨੂੰ ਤੁਸੀਂ ਆਪਣੀ ਪ੍ਰਾਪਤੀ ਮੰਨਦੇ ਹੋ? ਕੀ ਨਵਜੋਤ ਸਿੰਘ ਸਿੱਧੂ ਮੰਨ ਗਿਆ ਆ ਕਿ ਉੱਥੋਂ ਜਿਹੜਾ ਜਿੰਨੀ ਵਾਰੀ ਗੁੱਸੇ ਹੋਇਆ, ਜਿੱਦਾਂ ਦੇ ਤੇਵਰ ਨਜ਼ਰ ਆਏ ਆ, ਉਹ ਠੀਕ ਸੀਗੇ? ਤੇ ਹਰੀਸ਼ ਰਾਵਤ ਨੇ ਬੜੇ ਠਰਮੇ ਦੇ ਨਾਲ ਜਿਹੜਾ ਇਹਨਾਂ ਗੱਲਾਂ ਦਾ ਜਵਾਬ ਦਿੱਤਾ। ਪਹਿਲੀ ਗੱਲ ਤਾਂ ਸਪਸ਼ਟ ਸੰਕੇਤ ਹਰੀਸ਼ ਰਾਵਤ ਨੇ ਇਹ ਦਿੱਤਾ ਕਿ ਨਵਜੋਤ ਸਿੰਘ ਸਿੱਧੂ 2022 ਦੀਆਂ ਚੋਣਾਂ ਦੇ ਵਿੱਚ ਇੱਕ ਅਹਿਮ ਅਹੁਦੇ ਤੇ, ਇੱਕ ਅਹਿਮ ਮੋਰਚੇ ਦੇ ਉੱਤੇ ਲੜਦਾ ਨਜ਼ਰ ਆਏਗਾ। ਇਹਦਾ ਕਾਰਨ ਕੀ ਕਹਿੰਦੇ ਨੇ ਹਰੀਸ਼ ਰਾਵਤ ਹੋਰੀ ਕਹਿੰਦੇ ਜਿੱਥੇ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਚਮਤਕਾਰੀ ਹੈ, ਮਤਲਬ ਕਿ ਪ੍ਰਭਾਵਿਤ ਕਰਦੇ ਆ, ਦੇਖਣ ਸੁਣਨ ਵਾਲਿਆਂ ਨੂੰ ਪਸੰਦ ਕਰਦੇ ਨੇ ਪੰਜਾਬ ਦੇ ਲੋਕ ਨਵਜੋਤ ਸਿੰਘ ਸਿੱਧੂ ਨੂੰ, ਉੱਥੇ ਹੀ ਨਾਲ ਦੀ ਨਾਲ ਵਿਰੋਧੀ ਡਰਦੇ ਵੀ ਆ ਨਵਜੋਤ ਸਿੰਘ ਸਿੱਧੂ ਤੋਂ। ਉਹ ਕਹਿੰਦੇ ਦੋ ਧਾਰੀ ਤਲਵਾਰ ਨੇ ਇਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ, ਤੇ ਕਾਂਗਰਸ ਉਹਨਾਂ ਨੂੰ ਅਹਿਮ ਅਹੁਦੇ ਤੇ ਰੱਖੇਗੀ ਕਿਉਂਕਿ ਇਹਦੇ ਨਾਲ ਕਾਂਗਰਸ ਦਾ ਦਬਾਅ ਵਿਰੋਧੀਆਂ ਦੇ ਉੱਤੇ ਬਣੇਗਾ, ਵਿਰੋਧੀਆਂ ਦੇ ਵਿੱਚ ਡਰ ਪੈਦਾ ਹੋਏਗਾ। ਹਰੀਸ਼ ਰਾਵਤ ਹੋਰਾਂ ਦਾ ਆਉਂਦੀ ਸੱਟੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤਾਂ ਕਰਨਾ, ਅੰਮ੍ਰਿਤਸਰ ਜਾ ਕੇ 2 ਵਾਰੀ 4 ਦਿਨਾਂ ਦੇ ਵਿੱਚ ਸਿੱਧੂ ਨਾਲ ਮੀਟਿੰਗ ਕਰਨੀ, ਇੱਥੋਂ ਤੱਕ ਕਿ ਉੱਥੋਂ ਦੇ 2 ਕੈਬਨਿਟ ਮੰਤਰੀਆਂ ਤੱਕ ਨੂੰ ਨਹੀਂ ਮਿਲਣਾ ਪਰ ਸਿੱਧੂ ਨੂੰ ਜ਼ਰੂਰ ਮਿਲਣਾ। ਬੱਧਨੀ ਕਲਾਂ ਦੀ ਰੈਲੀ ਦੇ ਵਿੱਚ ਆਪ ਲੈ ਕੇ ਆਉਣਾ ਨਵਜੋਤ ਸਿੰਘ ਸਿੱਧੂ ਨੂੰ। ਇਹ ਸਾਰੀਆਂ ਚੀਜ਼ਾਂ ਦੱਸਦਾ ਕਿ ਹਾਈ ਕਮਾਂਡ ਨੇ ਸਿੱਧੂ ਦੇ ਲਈ ਖਾਸ ਤੌਰ ਤੇ ਰਾਵਤ ਨੂੰ ਜਿਹੜਾ ਉਹ ਤੈਨਾਤ ਕੀਤਾ ਗਿਆ ਸੀ, ਮਨਾਉਣ ਦੇ ਲਈ ਤੈਨਾਤ ਕੀਤਾ ਗਿਆ ਸੀ। ਇਹ ਸਪਸ਼ਟ ਸੰਕੇਤ ਦਿੰਦਾ ਹੈ। ਹੁਣ ਸਵਾਲ ਇਹ ਵੀ ਉੱਠਿਆ ਕਿ ਸਿੱਧੂ ਨੇ ਜਿਸ ਤਰੀਕੇ ਦਾ ਰਵੱਈਆ ਸੁਖਜਿੰਦਰ ਸਿੰਘ ਰੰਧਾਵੇ ਨਾਲ ਅਪਣਾਇਆ, ਬੱਧਨੀ ਕਲਾਂ ਦੀ ਰੈਲੀ ਦੇ ਵਿੱਚ ਜਿੱਦਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ, ਉਹ ਕੀ ਜਾਇਜ਼ ਸੀ? ਤੇ ਰਾਵਤ ਹੋਰੀ ਕਹਿੰਦੇ ਮੈਂ ਆਪ ਪਰਚੀ ਭੇਜੀ ਸੀਗੀ ਸਿੱਧੂ ਨੂੰ, ਤੇ ਜੋ ਕੁਝ ਸਿੱਧੂ ਨੇ ਕੀਤਾ ਉਹ ਕਹਿੰਦੇ ਉਹਨਾਂ ਦਾ ਤਰੀਕਾ ਆ, ਉਹ ਸੁਭਾਅ ਆ ਉਹਨਾਂ ਦੇ ਵਿੱਚ, ਤੇ ਉਹਨਾਂ ਦੇ ਸੁਭਾਅ ਦੇ ਵਿੱਚ ਸੀ ਉਹਨਾਂ ਨੇ ਆਪਣੇ ਤਰੀਕੇ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਨੇ। ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਰੀਸ਼ ਰਾਵਤ ਦਾ ਜਿਹੜਾ ਵਿਊ ਆ ਉਹ ਬਿਲਕੁਲ ਸਪਸ਼ਟ ਆ, ਨਜ਼ਰੀਆ ਬਿਲਕੁਲ ਸਪਸ਼ਟ ਆ। ਉਹ ਜਿੱਥੇ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਨੂੰ ਲਿਆਉਣਾ, ਉੱਥੇ ਲਿਆਉਣਾ ਹੀ ਲਿਆਉਣਾ ਆ, ਭਾਵੇਂ ਜੋ ਮਰਜ਼ੀ ਹੋ ਜਾਵੇ। ਕਿਉਂਕਿ ਜਦੋਂ ਇਦਾਂ ਦੀ ਗੱਲ ਹੁੰਦੀਆਂ ਨੇ ਤੇ ਵਰਨਾ ਮਨਾਉਣ ਵਾਲਾ ਬੰਦਾ ਹੁੰਦਾ, ਕਹਿੰਦਾ ਭਾਈ ਮੈਂ ਤਾਂ ਬਹੁਤ ਕੋਸ਼ਿਸ਼ਾਂ ਕੀਤੀਆਂ, ਜੇ ਤੂੰ ਆਹੀ ਆਪਣੇ ਲੱਛਣ ਰੱਖਣੇ ਆ ਤੇ ਮੈਂ ਇਦੋਂ ਵੱਧ ਕੁਝ ਨਹੀਂ ਕਰ ਸਕਦਾ। ਪਰ ਰਾਵਤ ਹੋਰੀ ਹਾਲੇ ਵੀ ਜੇ ਝੁਕਾਅ ਰੱਖਦੇ ਆ ਨਾ ਸਿੱਧੂ ਵੱਲ,
ਇਹਦਾ ਮਤਲਬ ਹਾਈ ਕਮਾਂਡ ਨੇ ਰਾਵਤ ਹੋਰਾਂ ਨੂੰ ਨਿਰਦੇਸ਼ ਦੇ ਕੇ ਭੇਜਿਆ ਕਿ ਸਿੱਧੂ ਨੂੰ ਭਰੋਸੇ 'ਚ ਲੈ, 2022 ਦੇ ਲਈ ਇਸ ਗੱਲ ਲਈ ਤਿਆਰ ਕਰ ਤੇ ਸਿੱਧੂ ਲਈ ਕੁਝ ਨਾ ਕੁਝ ਚੰਗਾ ਸੋਚੀ ਬੈਠੀ ਹੈ ਕਾਂਗਰਸ। ਉਹ ਚੰਗਾ ਆ ਮਾੜਾ ਆ, ਸਿੱਧੂ ਉਹਨੂੰ ਕਬੂਲ ਕਰਦਾ ਆ ਜਾਂ ਉਸ ਅਹੁਦੇ ਨੂੰ ਪੰਜਾਬ ਦੇ ਲੋਕ ਜਿਹੜੇ ਸਿੱਧੂ ਤੋਂ ਉਮੀਦਾਂ ਲਾਈ ਬੈਠੇ ਨੇ ਜਾਂ ਸਿੱਧੂ ਦੇ ਸਮਰਥਕ ਜਿਹੜੇ ਨੇ ਉਹ ਬਿਲਕੁਲ ਇਨ ਬਿਨ ਉਸੇ ਤਰੀਕੇ ਨਾਲ ਕਬੂਲ ਕਰਦੇ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਘੱਟੋ ਘੱਟ ਰਾਵਤ ਦਾ ਨਜ਼ਰੀਆ ਦੱਸਦਾ ਆ ਕਿ ਸਿੱਧੂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਤੇ ਹਰੀਸ਼ ਰਾਵਤ ਹੋਰੀ ਕੁਝ ਨਾ ਕੁਝ ਚੰਗਾ ਜ਼ਰੂਰ ਸੋਚੀ ਬੈਠੇ ਆ। ਇਹ ਸਿੱਧੂ ਹੋਰਾਂ ਦੀ ਗੱਲ ਆਪਾਂ ਵਿਸਥਾਰ ਦੇ ਵਿੱਚ ਕੱਲ ਜਿਹੜੀ ਆ ਉਹ ਕੀਤੀ ਸੀਗੀ। ਜਾਂਦੇ ਜਾਂਦੇ ਇੱਕ ਨੁਕਤਾ ਆਪਾਂ ਜ਼ਰੂਰ ਸਾਂਝਾ ਕਰ ਲਈਏ, ਕਿਉਂਕਿ ਆਪਾਂ ਪਹਿਲਾਂ ਸਿਆਸਤ ਦੀ ਗੱਲ ਕੀਤੀ ਸੀ ਕਿ ਭਾਰਤ ਦੀ ਸਿਆਸਤ ਤੇ ਅਮਰੀਕਾ ਦੀ ਸਿਆਸਤ ਲਗਭਗ ਇੱਕੋ ਜਿਹੀ ਹੁੰਦੀ ਜਾ ਰਹੀ ਹੈ। ਮੈਂ ਥੋੜਾ ਜਿਹਾ ਪੰਜਾਬ ਦੇ ਸੰਦਰਭ 'ਚ ਕੈਨੇਡਾ ਦੀ ਗੱਲ ਕਰਦਾ ਹਾਂ। ਪਤਾ ਲੱਗਾ ਜਿੱਦਾਂ ਪੰਜਾਬ ਦੇ ਵਿੱਚ ਨਸ਼ੇ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ, ਹੁਣ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਦੇ ਉੱਤੇ ਇੱਕ ਸਾਡੇ ਭਾਈਚਾਰੇ ਦਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ $27 ਲੱਖ ਦਾ ਨਸ਼ਾ ਬਰਾਮਦ ਹੋਇਆ। ਮੈਨੂੰ ਲੱਗਦਾ ਕਿ ਉਹ ਵੀ ਆਪਾਂ ਜ਼ਰੂਰ ਗੱਲਬਾਤ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਕਰ ਲਈਏ। ਜੀ ਬਿਲਕੁਲ, ਅਸਲ ਦੇ ਵਿੱਚ ਇਹ ਕੋਈ ਪਹਿਲੀ ਖਬਰ ਨਹੀਂ ਹੈ ਜਸਵੀਰ, ਇਦਾਂ ਦੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹੀਆਂ, ਕਿਉਂਕਿ ਵੱਡੀ ਪੱਧਰ ਤੇ ਦੋਵਾਂ ਮੁਲਕਾਂ 'ਚ ਟਰੱਕਾਂ ਰਾਹੀਂ ਜਿਹੜਾ ਸਮਾਨਾਂ ਦੀ ਢੋਆ ਢੁਆਈ ਹੁੰਦੀ ਆ, ਔਰ ਖਾਸ ਕਰਕੇ ਪੰਜਾਬੀ ਭਾਈਚਾਰਾ, ਪੰਜਾਬੀ ਨੌਜਵਾਨ ਬਹੁਤ ਵੱਡੀ ਪੱਧਰ ਤੇ ਟਰੱਕ ਚਲਾਉਂਦੇ ਨੇ, ਜੋ ਕੈਨੇਡਾ ਅਮਰੀਕਾ ਹਮੇਸ਼ਾ ਆਉਂਦੇ ਰਹਿੰਦੇ ਨੇ। ਸੋ ਇਸ ਤਰ੍ਹਾਂ ਦੀਆਂ ਖਬਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ ਜਦੋਂ ਪੰਜਾਬੀ ਟਰੱਕ ਡਰਾਈਵਰਾਂ ਕੋਲੋਂ ਇਸ ਤਰ੍ਹਾਂ ਦਾ ਨਸ਼ਾ ਬਰਾਮਦ ਹੋਇਆ। ਪਰ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਤਸਵੀਰ ਜੀ ਹੁੰਦੀਆਂ, ਆਪਾਂ ਪੈਂਦੀ ਸੱਟੇ ਕਿਉਂਕਿ ਉਸ ਵਕਤ ਮੌਕੇ ਤੇ ਡਰਾਈਵਰ ਹੀ ਮੌਜੂਦ ਹੁੰਦਾ ਆ। ਸੋ ਪੁਲਿਸ ਵੱਲੋਂ ਪਹਿਲੀ ਕਾਰਵਾਈ ਜਿਹੜੀ ਆ ਡਰਾਈਵਰ ਉੱਤੇ ਕੀਤੀ ਜਾਂਦੀ ਹੈ। ਸੋ ਜਿਹੜੀ ਪਹਿਲੀ ਅੱਜ ਖਬਰ ਆਈ ਹੈ ਉਹ ਸਾਂਝੀ ਜ਼ਰੂਰ ਕਰਦੀ ਹੈ ਦਰਸ਼ਕਾਂ ਨਾਲ ਕਿ ਜਿਹੜਾ ਵਿੰਡਸਰ ਬਾਰਡਰ ਹੈ ਅੰਟਾਰੀਓ ਦੇ ਵਿੱਚ, ਉੱਥੋਂ ਦੇ ਅੰਬੈਸਡਰ ਬ੍ਰਿਜ ਦੇ ਉੱਤੋਂ ਦੀ ਇਹ ਜਿਹੜਾ ਸੀਗਾ ਨੌਜਵਾਨ ਸੀਗਾ ਆਪਣਾ 29 ਸਾਲ ਦਾ ਜਸਪ੍ਰੀਤ ਸਿੰਘ, ਉਹ ਆ ਰਿਹਾ ਸੀਗਾ ਤੇ ਉਹਦੇ ਟਰੱਕ ਦੀ ਤਲਾਸ਼ੀ ਲਈ ਗਈ ਤੇ ਉਹਦੇ ਟਰੱਕ ਦੇ ਵਿੱਚੋਂ 21 ਕਿਲੋ ਜਿਹੜਾ ਵਾ ਇੱਕ ਨਸ਼ੀਲਾ ਪਦਾਰਥ ਜਿਹੜਾ ਸੀ ਉਹ ਬਰਾਮਦ ਕੀਤਾ ਗਿਆ, ਜਿਹਦੀ ਮਾਰਕੀਟ ਦੀ ਜਿਹੜੀ ਕੀਮਤ ਹੈ 27 ਲੱਖ ਕੈਨੇਡੀਅਨ ਡਾਲਰ ਦੱਸੀ ਜਾ ਰਹੀ ਹੈ। ਪਰ ਉਹਨੂੰ ਚਾਰਜ ਕਰ ਲਿਆ ਗਿਆ। 8 ਅਕਤੂਬਰ ਨੂੰ ਉਹਦੀ ਪੇਸ਼ੀ ਹੋਊਗੀ ਅੰਟਾਰੀਓ ਦੇ ਵਿੱਚ ਅਦਾਲਤ 'ਚ। ਤੇ ਇਹਦੇ ਵਿੱਚ ਇਹ ਹੁੰਦਾ ਜੀ ਕਿ ਕਈ ਵਾਰੀ ਡਰਾਈਵਰ ਨੂੰ ਵੀ ਨਹੀਂ ਪਤਾ ਹੁੰਦਾ ਕਿ ਕੰਪਨੀ ਨੇ ਉਹਦੇ ਟ੍ਰੇਲਰ ਦੇ ਵਿੱਚ ਕੀ ਸਮਾਨ ਲੱਗਾ ਜਾਂ ਉਹਦੇ ਵਿੱਚ ਕੁਛ ਰੱਖਤਾ ਹੈ, ਹਾਲਾਂਕਿ ਜ਼ਿੰਮੇਵਾਰੀ ਜਿਹੜੀ ਉਹ ਡਰਾਈਵਰ ਤੇ ਆ ਜਾਂਦੀ ਆ। ਸੋ ਜਾਂਚ ਦੇ ਵਿੱਚ ਬਾਅਦ 'ਚ ਕਈ ਗੱਲਾਂ ਪਤਾ ਲੱਗਦੀਆਂ ਵਾ। ਪਹਿਲਾਂ ਵੀ ਇੱਕ ਪੰਜਾਬੀ ਡਰਾਈਵਰ ਨੂੰ ਜਿਹੜਾ ਸੀ ਚਾਰਜ ਕਰ ਲਿਆ ਗਿਆ ਸੀ, ਪਰ ਬਾਅਦ 'ਚ ਉਸਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਸੀ, ਬਰੀ ਕਰ ਦਿੱਤਾ ਗਿਆ ਸੀਗਾ। ਪਰ ਉਹ ਜਿਹੜਾ ਵਿਚਾਰਾ ਡਰਾਈਵਰ ਸੀ ਕਾਫੀ ਡਿਪਰੈਸ਼ਨ ਦੇ ਵਿੱਚ ਆ ਗਿਆ, ਕਿਉਂਕਿ ਇੱਕ ਵਾਰ ਮੀਡੀਆ 'ਚ ਨਾਂ ਚੱਲ ਜਾਂਦਾ ਆ, ਕਾਫੀ ਬਦਨਾਮੀ ਵੀ ਹੋ ਜਾਂਦੀ ਹੈ। ਪਹਿਲੀ ਸੱਟੇ ਲੋਕ ਇਹ ਮੰਨ ਲੈਂਦੇ ਕਿ ਜਦ ਇਹੀ ਨਸ਼ਾ ਤਸਕਰ ਆ। ਸੋ ਇਸ ਮਾਮਲੇ ਵਿੱਚ ਵੀ ਹਲੇ ਸਾਫ਼ ਨਹੀਂ ਹੋ ਸਕਿਆ। ਹੋ ਸਕਦਾ ਕਿ ਇਹ ਨੌਜਵਾਨ ਸ਼ਾਮਲ ਹੋਵੇ, ਹੋ ਸਕਦਾ ਨਾ ਵੀ ਹੋਵੇ, ਇਹ ਆਉਣ ਵਾਲੀ ਜਾਂਚ ਜਿਹੜਾ ਪਤਾ ਲੱਗ ਜੂਗਾ। ਪਰ ਇਹ ਗੱਲ ਜ਼ਰੂਰ ਹੈ ਕਿ ਇਦਾਂ ਦੀਆਂ ਖਬਰਾਂ ਬਹੁਤ ਵਾਰ ਆਉਂਦੀਆਂ ਵਾ, ਹੋਰ ਵੀ ਕੋਈ ਭਾਈਚਾਰਿਆਂ ਦੇ ਜਿਹੜੇ ਡਰਾਈਵਰ ਆ ਉਹ ਇਸ ਤਰ੍ਹਾਂ ਫੜੇ ਜਾਂਦੇ ਨੇ। ਸੋ ਇਸੇ ਤਰ੍ਹਾਂ ਇੱਕ ਅੱਜ ਪੰਜਾਬੀ ਜਿਹੜਾ ਡਰਾਈਵਰ ਸੀ ਉਹ ਫੜ ਤਾਂ ਹਾਲਾਂਕਿ 22 ਸਤੰਬਰ ਨੂੰ ਹੋਇਆ ਸੀ, ਪਰ ਜਾਣਕਾਰੀ ਇੱਥੇ ਕਾਫੀ ਦਿਨਾਂ ਬਾਅਦ ਜਿਹੜੀ ਆ ਜਾਂਚ ਕਰਕੇ ਫਿਰ ਜਾਰੀ ਕੀਤੀ ਜਾਂਦੀ ਹੈ। ਸੋ ਅੱਜ ਜਿਹੜੀ ਜਾਣਕਾਰੀ ਹੈ ਇਹ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋਂ ਜਾਰੀ ਕੀਤੀ ਗਈ ਹੈ ਤੇ RCMP ਨਾਲ ਮਿਲ ਕੇ ਉਹਨਾਂ ਨੇ ਇਸ ਜਿਹੜੀ ਆ ਇਹਨੂੰ ਅੰਜਾਮ ਦਿੱਤਾ ਸੀਗਾ। ਸੋ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤਸਵੀਰ ਦੀ ਅਕਸਰ ਆਉਂਦੀਆਂ ਨੇ। ਪਰ ਸਿੱਧੂ ਹੋਰਾਂ ਦੇ ਜਾਂਦਿਆਂ ਦੇ ਸੰਦਰਭ ਵਿੱਚ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਆਪਾਂ ਕੁਝ ਦਿਨ ਪਹਿਲਾਂ ਉਹਨਾਂ ਨੂੰ ਫੁੱਫੜ ਕਿਹਾ ਸੀ ਕਿ ਉਹ ਰੈਲੀ ਵਾਲੇ ਦਿਨ ਜਿੱਦਣ ਉਹ ਕਦੇ ਰੁਕੇ ਹੁੰਦੇ ਸੀ, ਕਦੇ ਮੰਨ ਜਾਂਦੇ ਸੀ। ਹੁਣ ਤੁਸੀਂ ਕਿਹਾ ਕਿ ਰਾਵਤ ਸਾਹਿਬ ਕਹਿੰਦੇ ਕਿ ਉਹਨਾਂ ਦਾ ਅੰਦਾਜ਼ ਇਹ ਆ, ਭਾਵ ਇਹ ਹੈ ਕਿ ਉਹਨਾਂ ਦੇ ਸਾਰੇ ਨਖਰੇ ਜਿਹੜੇ ਉਹ ਝੱਲੇ ਜਾ ਰਹੇ ਆ। ਸੋ ਇਹਨਾਂ ਨਖਰੇ ਝੱਲਣ ਦਾ ਮਤਲਬ ਕਿਤੇ ਨਾ ਕਿਤੇ ਸਮਝ ਸਕਦੇ ਆ ਵੀ ਕਿਸੇ ਹੋਰ ਵੱਡੇ ਲੀਡਰ ਲਈ ਖਤਰੇ ਦੀ ਘੰਟੀ ਹੋ ਸਕਦੀ ਹੈ। ਫੁੱਫੜ ਦੇ ਨਖਰੇ ਝੱਲੇ ਜਾਂਦੇ ਆ ਨਾ, ਜੋ ਮਰਜ਼ੀ ਹੋ ਜਾਵੇ। ਵਿਆਹ ਦੇ ਵਿੱਚ ਜੇ ਗੁੱਸੇ ਹੁੰਦਾ ਤੇ ਉਹਨੂੰ ਮਨਾਉਣਾ ਹੀ ਮਨਾਉਣਾ ਆ, ਭਾਵੇਂ ਉਹਦੇ ਵਿੱਚ 100 ਖਾਮੀਆਂ ਕਿਉਂ ਨਾ ਹੋਣ, ਕਿਉਂਕਿ ਪ੍ਰਾਹੁਣਾ ਸਾਹਿਬ ਹੁੰਦੇ ਨੇ ਤੇ ਪਿਓ ਦਾ ਜਿਹੜਾ ਉਹ ਜੀਜਾ ਹੁੰਦਾ ਆ। ਸੋ ਕੁੱਲ ਮਿਲਾ ਕੇ ਜਿਹੜਾ ਉਹ ਕਹਿ ਲਿਆ ਜਾਵੇ ਤੇ ਇਹ ਪਰਿਸਥਿਤੀਆਂ ਜਿਹੜੀਆਂ ਉਹੀ ਇਨ ਬਿਨ ਹੈਗੀਆਂ। ਸਿੱਧੂ 'ਚ 100 ਖਾਮੀਆਂ ਨਜ਼ਰ ਆਉਂਦੀਆਂ ਹੋਣਗੀਆਂ ਕਾਂਗਰਸ ਨੂੰ, ਬਹੁਤ ਸਾਰੇ ਲੋਕਾਂ ਨੂੰ ਖਾਮੀਆਂ ਨਜ਼ਰ ਆਉਣੀਆਂ ਹੋਣਗੀਆਂ, ਪਰ ਸਿਆਸੀ ਮਜਬੂਰੀ ਵੀ ਆ ਕਾਂਗਰਸ ਦੀ ਕਿ ਸਿੱਧੂ ਜਿਹੜਾ ਆ ਉਹਨਾਂ ਦੇ ਪਾਰ ਉਤਾਰਾ ਕਰਨ ਲਈ ਇਕਲੌਤਾ ਚਿਹਰਾ ਹੋ ਸਕਦਾ 2022 ਦੇ ਵਿੱਚ। ਇਹ ਕਾਂਗਰਸ ਚੰਗੀ ਤਰ੍ਹਾਂ ਸਮਝਦੀ ਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਉਹ ਕ੍ਰਿਸ਼ਮਾ ਜਿਹੜਾ ਆ ਉਹ ਸ਼ਾਇਦ ਉਸ ਤਰੀਕੇ ਦਾ ਨਹੀਂ ਬਚਿਆ, ਕਿਉਂਕਿ 3 ਸਾਲ ਦੇ ਵਿੱਚ ਕੋਈ ਕਾਰਗੁਜ਼ਾਰੀ ਵੀ ਏਦਾਂ ਦੀ ਨਹੀਂ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਜਿਹਦੇ ਨਾਲ ਕਿਹਾ ਜਾ ਸਕੇ ਕਿ 3 ਸਾਲ ਦੇ ਵਿੱਚ ਉਹ ਕੁਝ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ ਕਿ ਆਪਣੇ ਆਪ ਨੂੰ ਸਾਬਤ ਕੀਤਾ, ਜਿੱਦਾਂ ਉਹਨਾਂ ਨੇ ਪਿਛਲੇ ਕਾਰਜਕਾਲਾਂ ਦੇ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਸੀਗਾ। ਉਹ ਕ੍ਰਿਸ਼ਮਾ ਇਸ ਵਾਰ ਨਜ਼ਰ ਨਹੀਂ ਆਇਆ। ਇਹ ਗੱਲ ਪੱਕੇ ਤੌਰ ਤੇ ਆ। ਕਾਂਗਰਸ ਦੇ ਵਿੱਚ ਬੈਠੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ 2022 ਚ ਉਹ ਦੁਬਾਰਾ ਸੱਤਾ 'ਚ ਨਹੀਂ ਆ ਪਾਉਣਗੇ।
ਗੱਲ ਭਾਵੇਂ ਜਿਹੜੀ ਆ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ, ਪਰ ਅੰਦਰੋਂ ਉਹ ਸਿੱਧੂ ਨਾਲ ਸਹਿਮਤ ਕਹਿ ਜਾ ਸਕਦੇ ਆ। ਹੁਣ ਹਰੀਸ਼ ਰਾਵਤ ਨੇ ਇਹ ਵੀ ਕਿਹਾ ਆ ਗੱਲ, ਜਦੋਂ ਉਹਨਾਂ ਨੇ ਸਵਾਲ ਜਵਾਬ ਕੀਤਾ, ਉਹ ਕਹਿੰਦਾ ਕਿ ਪੰਜਾਬ ਦੇ ਕਿਸੇ ਵੀ ਲੀਡਰ ਨੇ ਇਦਾਂ ਦੀ ਭੂਮਿਕਾ ਨਹੀਂ ਨਿਭਾਈ ਕਿ ਨਵਜੋਤ ਸਿੰਘ ਸਿੱਧੂ ਨੂੰ ਮਨਾਇਆ ਜਾਵੇ, ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਦੇ ਦਰਮਿਆਨ ਦੀਆਂ ਜਿਹੜੀਆਂ ਦੂਰੀਆਂ ਉਹਨਾਂ ਨੂੰ ਘਟਾਇਆ ਜਾਵੇ, ਬਲਕਿ ਪਾੜਾ ਜਿਹੜਾ ਉਹ ਵਧਿਆ ਆ ਇਹਨਾਂ ਦਿਨਾਂ ਦੇ ਵਿੱਚ। ਤੇ ਸਾਡੀ ਕਹਿੰਦੇ ਕੋਸ਼ਿਸ਼ ਆ ਕਿ ਇਸ ਪਾੜੇ ਨੂੰ ਘੱਟ ਕੀਤਾ ਜਾਵੇ, ਸਿੱਧੂ ਨੂੰ ਮਨਾ ਕੇ ਜਿਹੜਾ ਉਹ ਦੁਬਾਰਾ ਕਾਂਗਰਸ ਦੇ ਵਿੱਚ ਜਿੱਥੇ ਉਹਨਾਂ ਦਾ ਬਣਦਾ ਹੱਕ ਆ ਉੱਥੇ ਲਿਆ ਕੇ ਖੜਾ ਕੀਤਾ ਜਾਵੇ ਤੇ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇ। ਕਿਉਂਕਿ ਰਾਵਤ ਹੋਰਾਂ ਦੀ ਜਿਹੜੀ ਵਿਉਂਤਬੰਦੀ ਆ, ਮੈਨੂੰ ਲੱਗਦਾ ਕਿ ਉਹ ਵਿਉਂਤਬੰਦੀ ਆ ਕਿ ਪੰਜਾਬ ਦੇ ਜ਼ਰੀਏ ਸਿੱਧੂ ਨੂੰ ਪੰਜਾਬ ਦੇ ਵਿੱਚ ਪਹਿਲਾਂ ਪ੍ਰਮੋਟ ਕਰੋ, ਫਿਰ ਹੁਣ 2022 ਤੋਂ ਬਾਅਦ 2024 ਦੇ ਦਰਮਿਆਨ 2 ਕੁ ਸਾਲਾਂ ਦਾ ਵਕਫਾ ਹੋਣਾ ਲਗਭਗ। ਉਹਨਾਂ 2 ਸਾਲਾਂ ਦੇ ਵਕਫੇ ਦੇ ਵਿੱਚ ਸਿੱਧੂ ਦੇ ਜ਼ਰੀਏ ਪੂਰੇ ਮੁਲਕ ਦੇ ਵਿੱਚ ਕਾਂਗਰਸ ਨੂੰ ਦੁਬਾਰਾ ਫਿਰ ਪੱਬਾਂ ਭਾਰ ਕਰਨ ਦੀ ਕੋਸ਼ਿਸ਼ ਕਾਂਗਰਸ ਦੀ ਰਹੇਗੀ, ਕਿਉਂਕਿ ਸਿੱਧੂ ਨੇ ਤੇਵਰ ਦਿਖਾਤੇ ਨਾ ਕਿ ਜੇ ਤੁਸੀਂ ਮੈਨੂੰ ਨਹੀਂ ਕੁਝ ਦਿਓਗੇ ਤੇ ਫਿਰ ਦਿੱਲੀ ਚੋਂ ਮੇਰੇ ਕੋਲ ਚੋਣ ਪ੍ਰਚਾਰ ਕਰਵਾ ਕੇ ਦੇਖ ਲਿਓ, ਫਿਰ ਇੱਥੇ ਪੰਜਾਬ ਦੇ ਵਿੱਚ ਮੇਰੇ ਕੋਲ ਚੋਣ ਪ੍ਰਚਾਰ ਕਰਵਾ ਕੇ ਦੇਖ ਲਿਓ, ਮੈਂ ਆਪਣੀ ਕੋਠੀ ਤੋਂ ਬਾਹਰ ਨਹੀਂ ਨਿਕਲਣਾ, ਇਹ ਗੱਲ ਪੱਲੇ ਬੰਨ ਕੇ ਚੱਲ ਜਾਓ। ਸੋ ਇਸ ਕਰਕੇ ਜਿਹੜਾ ਆ ਉਹ ਕਾਂਗਰਸ ਦੀ ਮਜਬੂਰੀ ਵੀ ਆ ਨਵਜੋਤ ਸਿੰਘ ਸਿੱਧੂ, ਉਹਦੇ ਲਈ ਜ਼ਰੂਰੀ ਵੀ ਆ ਨਵਜੋਤ ਸਿੰਘ ਸਿੱਧੂ, ਤੇ ਇਸੇ ਗੱਲ ਦੇ ਵਿੱਚ ਜਿਹੜਾ ਨਵਜੋਤ ਸਿੰਘ ਸਿੱਧੂ ਦਾ ਪਾਸਾ ਜਿਹੜਾ ਉਹ ਸਿੱਧਾ ਵੀ ਪੈ ਸਕਦਾ ਆ, ਪਾਸਾ ਪੁੱਠਾ ਪੈਂਦਾ ਜਾਂ ਨਹੀਂ ਪੈਂਦਾ ਇਹ ਫਿਲਹਾਲ ਜਿਹੜਾ ਕਹਿ ਨਹੀਂ ਸਕਦੇ, ਪਰ ਸੰਭਾਵਨਾ ਜਿਹੜੀ ਆ ਪਾਸਾ ਸਿੱਧੇ ਪੈਂਦੇ ਦੀ ਨਜ਼ਰ ਆ ਰਹੀ ਹੈ। ਤੇ ਇਹ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਹੋਰੀ ਹਜ਼ਮ ਕਰਦੇ ਨੇ ਜਾਂ ਨਹੀਂ ਹਜ਼ਮ ਕਰਦੇ, ਜੇ ਬਦਹਜ਼ਮੀ ਹੁੰਦੀ ਹੈ ਤੇ ਫਿਰ ਕਿਹੜਾ ਰੁਖ ਅਖਤਿਆਰ ਕਰਦੇ ਆ, ਕਿਹੜੀ ਗੋਲੀ ਖਾਂਦੇ ਆ ਆਪਣੇ ਆਪ ਨੂੰ ਠੀਕ ਕਰਨ ਲਈ, ਇਹ ਫਿਲਹਾਲ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਮਨਦੀਪ ਜੀ ਜੀ ਬਿਲਕੁਲ, ਲੱਗਦਾ ਕਿ ਜਿਹੜੀਆਂ ਪਰਿਸਥਿਤੀਆਂ ਬਿਲਕੁਲ ਕਾਫੀ ਦਿਲਚਸਪ ਹੋਣ ਵਾਲੀਆਂ ਨੇ ਆਉਣ ਵਾਲੇ ਦਿਨਾਂ 'ਚ। ਖੈਰ ਨਸੀਰ ਜੀ, ਹੁਣ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸ਼ੁਕਰੀਆ ਮਨਦੀਪ ਜੀ। ਜੀ ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼, ਜਿਸ ਵਿੱਚ ਅਸੀਂ ਹਰ ਰੋਜ਼ ਵਾਂਗ ਖਾਸ ਖਬਰਾਂ ਤੇ ਚਰਚਾ ਕੀਤੀ, ਔਰ ਇਸੇ ਤਰ੍ਹਾਂ ਅਸੀਂ ਕੱਲ ਫੇਰ ਆਵਾਂਗੇ, ਫਿਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।